ਹੈਲੋ ਦੋਸਤੋ, ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ। ਦੋਸਤੋ ਲੈ ਕੇ ਆਏ ਤੁਹਾਡੇ ਲਈ ਵੈਰੀ ਇੰਪੋਰਟੈਂਟ ਵੀਡੀਓ। ਸੋ ਦੋਸਤੋ, ਆਪਣਾ ਅੱਜ ਦੀ ਜਿਹੜੀ ਵੀਡੀਓ ਹੈ ਵੈਰੀ ਇੰਪੋਰਟੈਂਟ ਹੈ। ਵੀਡੀਓ ਨੂੰ ਅਖੀਰ ਤੱਕ ਦੇਖਿਓ। ਵੀਡੀਓ ਦੇ ਵਿੱਚ ਆਪਾਂ ਅੱਜ 1885 ਤੋਂ ਲੈ ਕੇ ਜਦੋਂ ਕਾਂਗਰਸ ਬਣੀ ਸੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਜਦੋਂ ਸਥਾਪਨਾ ਹੋਈ ਸੀ, ਉਦੋਂ ਤੋਂ ਲੈ ਕੇ 1950 ਤੱਕ ਜਦੋਂ ਆਪਣਾ ਸੰਵਿਧਾਨ ਲਾਗੂ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ, ਸੰਵਿਧਾਨ ਲਾਗੂ ਹੋ ਗਿਆ, ਉਸ ਦੇ ਸਮੇਂ ਤੱਕ ਮਹੱਤਵਪੂਰਨ ਮਿਤੀਆਂ ਬਾਰੇ ਪੜ੍ਹਾਂਗੇ, ਮਹੱਤਵਪੂਰਨ ਘਟਨਾਵਾਂ ਬਾਰੇ ਪੜ੍ਹਾਂਗੇ, ਮਹੱਤਵਪੂਰਨ ਅੰਦੋਲਨਾਂ ਬਾਰੇ ਪੜ੍ਹਾਂਗੇ ਸਾਰਾ। ਸੋ ਦੋਸਤੋ, ਵੀਡੀਓ ਨਾਲ ਜੁੜੇ ਰਹੋ। ਆਪਾਂ ਇੱਕ ਤਰ੍ਹਾਂ ਦੀ ਫਿਲਮ ਬਣਾ ਦਾਂਗੇ ਤੁਹਾਡੇ ਲਈ 1885 ਤੋਂ ਲੈ ਕੇ 1950 ਤੱਕ। ਸੋ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਕੀ ਹੈ? ਦਾਅਵੇ ਨਾਲ ਕਹਿੰਦੇ ਆ ਵੀ ਅਜਿਹੀ ਵੀਡੀਓ ਨਾ ਤਾਂ ਤੁਹਾਡੇ ਲਈ ਕਿਸੇ ਚੈਨਲ ਨੇ ਲਿਆਂਦੀ ਹੋਵੇਗੀ ਅਤੇ ਨਾ ਲਿਆਵੇ। ਸੋ ਮਤਲਬ ਥਿਓਰੀ ਟਾਈਪ ਅਤੇ ਪ੍ਰਸ਼ਨਾਂ ਟਾਈਪ ਦੋ ਡਬਲ ਸਿਸਟਮ ਹੋਊਗਾ ਇਹਦੇ ਵਿੱਚ। 1885 ਦੇ ਵਿੱਚ ਕੀ ਹੋਇਆ? ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ 1885 ਦੇ ਵਿੱਚ। 1885 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਹੈ ਜੀ ਸਥਾਪਨਾ ਹੋ ਚੁੱਕੀ ਸੀਗੀ, 1885 ਦੇ ਵਿੱਚ ਹੋ ਗਈ ਸੀ। ਇਹ ਕਿਹਨੇ ਕੀਤੀ ਸੀ? ਏ.ਓ. ਹਿਊਮ ਨੇ ਕੀਤੀ। ਪਹਿਲਾ ਪ੍ਰਧਾਨ ਬੰਬੇਸ਼ ਚੰਦਰ ਬੈਨਰਜੀ ਬਣਿਆ। ਵੈਰੀ ਇੰਪੋਰਟੈਂਟ ਹੈ। ਕਿਹਨੇ ਸਥਾਪਨਾ ਕੀਤੀ? ਏ.ਓ. ਹਿਊਮ ਨੇ, ਇੰਡੀਅਨ ਨੈਸ਼ਨਲ ਕਾਂਗਰਸ ਦੀ। ਇਹਨੂੰ ਇੰਡੀਅਨ ਨੈਸ਼ਨਲ ਕਾਂਗਰਸ INC ਬੋਲਿਆ ਜਾਂਦਾ। ਇੰਡੀਅਨ ਨੈਸ਼ਨਲ ਕਾਂਗਰਸ 1885 ਦੇ ਵਿੱਚ ਏ.ਓ. ਹਿਊਮ ਨੇ ਇਹਦੀ ਸਥਾਪਨਾ ਕੀਤੀ। ਬੰਬੇਸ਼ ਚੰਦਰ ਇਹਦਾ ਪਹਿਲਾ ਪ੍ਰਧਾਨ ਬਣਿਆ। ਸੋ ਇਹਦਾ ਪਹਿਲਾ ਇਜਲਾਸ ਹੋਇਆ ਸੀ, ਜਿਹੜਾ ਇਜਲਾਸ 28 ਤੋਂ ਲੈ ਕੇ 31 ਦਸੰਬਰ 1885 ਤੱਕ 3 ਦਿਨ ਚੱਲਿਆ ਸੀ ਜੀ ਇਹਦਾ ਇਜਲਾਸ ਸੀ ਜਿਹੜਾ। ਉਹ ਹੋਇਆ ਸੀਗਾ ਮਤਲਬ ਬੰਬਈ ਦੇ ਵਿੱਚ ਤੇਜਪਾਲ ਗੋਕਲ ਚੰਦ ਜਿਹੜਾ ਕਾਲਜ ਸੀ, ਸਕੂਲ ਸੀਗਾ, ਸੰਸਕ੍ਰਿਤ ਸਕੂਲ ਸੀਗਾ ਇੱਕ, ਉੱਥੇ ਇਹ ਇਜਲਾਸ ਹੋਇਆ ਸੀ। ਸੋ ਅੱਗੇ ਦੇਖਦੇ ਹਾਂ ਆਪਾਂ 1905 ਦੀ ਘਟਨਾ। 1905 ਦੀ ਡੇਟ ਦੇ ਬਾਰੇ ਪੜ੍ਹਦੇ ਹਾਂ ਆਪਾਂ। 1905 ਦੇ ਵਿੱਚ ਬੰਗ ਭੰਗ ਅੰਦੋਲਨ ਚੱਲਿਆ। ਇਹ ਕਿਉਂ ਚੱਲਿਆ? ਕਿਉਂਕਿ ਬੰਗਾਲ ਦੀ ਵੰਡ ਕਰ ਦਿੱਤੀ ਸੀ। ਕਿਹਨੇ ਕਰੀ ਸੀ? ਲਾਰਡ ਕਰਜ਼ਨ ਨੇ। ਉਸ ਸਮੇਂ ਦਾ ਜਿਹੜਾ ਸੀਗਾ ਗਵਰਨਰ ਲਾਰਡ ਕਰਜ਼ਨ, ਉਹਨੇ ਲਾਰਡ ਕਰਜ਼ਨ ਆਪਾਂ ਲਿਖ ਦਿੰਦੇ ਹਾਂ ਲਾਰਡ ਕਰਜ਼ਨ। ਕਈ ਵਾਰ ਪੁੱਛ ਲਿਆ ਜਾਂਦਾ ਬੰਗਾਲ ਵੰਡ ਕਿਸ ਨੇ ਕੀਤੀ? ਲਾਰਡ ਕਰਜ਼ਨ ਨੇ ਕੀਤੀ ਸੀ 1905 ਦੇ ਵਿੱਚ। ਇਹਦੀ ਪੂਰੀ ਡੇਟ ਪੁੱਛੀ ਜਾਂਦੀ ਹੈ ਕਈ ਵਾਰ। 10 ਜੁਲਾਈ 1905 ਦੇ ਵਿੱਚ ਬੰਗਾਲ ਦੀ ਵੰਡ ਕਰ ਦਿੱਤੀ। ਇਸ ਵੰਡ ਦੇ ਵਿਰੋਧ ਵਜੋਂ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਹੋਰ ਲੋਕਾਂ ਨੇ ਇਹਦਾ ਵਿਰੋਧ ਕੀਤਾ ਅਤੇ ਬੰਗ ਭੰਗ ਅੰਦੋਲਨ ਚੱਲਿਆ। ਇਹਨੂੰ ਅੰਦੋਲਨ ਪੜ੍ਹਨਾ ਤੁਸੀਂ। ਇਹਨੂੰ ਸਵਦੇਸ਼ੀ ਅੰਦੋਲਨ ਦਾ ਨਾਂ ਵੀ ਦਿੱਤਾ ਜਾਂਦਾ। ਸੋ ਬੰਗਾਲ ਵੰਡ ਦੇ ਵਿਰੋਧ ਚੱਲਿਆ ਸੀ। ਜਿਹੜੀ ਮੁੱਖ ਗੱਲ ਹੈਗੀ ਇਹਦੇ ਵਿੱਚ, ਮਤਲਬ ਇੱਕ ਤਾਂ ਉਸ ਸਮੇਂ ਰਵਿੰਦਰ ਨਾਥ ਟੈਗੋਰ ਨੇ ਨਾ ਇੱਕ ਗੀਤ ਲਿਖਿਆ ਸੀ, ਅਮਾਰ ਸੁਨਾਰ ਬਾਂਗਲਾ। ਇਹ ਮਸ਼ਹੂਰ ਹੈ। ਪੁੱਛਿਆ ਜਾਂਦਾ ਵੀ ਰਵਿੰਦਰ ਨਾਥ ਟੈਗੋਰ ਨੇ ਅਮਾਰ ਸੁਨਾਰ ਬਾਂਗਲਾ ਜਿਹੜਾ ਗੀਤ ਸੀਗਾ ਉਹ ਕਦੋਂ ਲਿਖਿਆ? 1905 ਦੇ ਵਿੱਚ ਬੰਗਾਲ ਵੰਡ ਦੇ ਸਮੇਂ। ਸੋ ਸਵਦੇਸ਼ੀ ਬਾਈਕਾਟ ਅੰਦੋਲਨ ਸ਼ੁਰੂ ਹੋ ਗਿਆ, ਜਿਹਨੂੰ ਬੰਗ ਭੰਗ ਅੰਦੋਲਨ ਦਾ ਨਾਂ ਦਿੱਤਾ ਹੈ। ਮੁੱਖ ਗੱਲ ਇਹ ਆਉਂਦੀ ਵੀ ਇਹਦੀ ਅਗਵਾਈ ਕਿਹਨੇ ਕੀਤੀ? ਅਗਵਾਈ ਕੀਤੀ ਸੀ ਸੁਰਿੰਦਰ ਨਾਥ ਬੈਨਰਜੀ ਨੇ। ਨਾਲ ਥੋੜ੍ਹੀ ਜਿਹੀ ਮਦਦ ਕੀਤੀ ਸੀ ਬਿਪਨ ਚੰਦਰਪਾਲ ਸੀ ਜਿਹੜੇ, ਉਹਨਾਂ ਨੇ। ਸੋ 1905 ਦੀ ਇਹ ਘਟਨਾ ਨੂੰ ਆਪਾਂ ਪੜ੍ਹ ਚੁੱਕੇ ਹਾਂ। ਅੱਗੇ ਦੇਖਦੇ ਹਾਂ 1906 ਦੇ ਵਿੱਚ। ਸੋ ਦੋਸਤੋ 1906 ਦੇ ਵਿੱਚ ਕੀ ਸੀ? ਮੁਸਲਿਮ ਲੀਗ ਸੀ ਜਿਹੜੀ, ਉਹਦੀ ਸਥਾਪਨਾ ਹੋਈ 1906 ਦੇ ਵਿੱਚ। 1906 ਦੇ ਵਿੱਚ ਮਤਲਬ ਮੁਸਲਮਾਨਾਂ ਨਾ ਇੱਕ ਵੱਖਰਾ ਮੰਗ ਪੱਤਰ ਬਣਾਇਆ ਸੀ। ਉਹਨਾਂ ਨੇ ਇੱਕ ਵੋਟ ਪਾਉਣ ਦਾ ਵੱਖਰਾ ਅਧਿਕਾਰ ਲੈਣਾ ਚਾਹੁੰਦੇ ਸੀਗੇ। ਇਹ 1906 ਦੇ ਵਿੱਚ ਇਹਨਾਂ ਨੇ ਇਹ ਗੱਲ ਉਠਾਈ। ਸੋ ਇਸੇ ਦੇ ਤਹਿਤ ਇਹਨਾਂ ਨੇ ਮੁਸਲਿਮ ਲੀਗ ਦੀ ਸਥਾਪਨਾ ਕੀਤੀ। ਇਹਨਾਂ ਦਾ ਜਿਹੜਾ ਮੁੱਖ ਬੰਦਾ ਸੀ ਆਗਾ ਖਾਂ ਅਤੇ ਸਲੀਮ ਉੱਲਾ ਖਾਂ। ਢਾਕਾ ਦੇ ਵਿੱਚ, ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਇਹ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ ਸੀ। ਸੋ ਦੋਸਤੋ ਇਹਦੇ ਵਿੱਚ ਮਤਲਬ ਨਾ ਜਿਹੜੀ ਇਹਨਾਂ ਦੀ ਮੰਗ ਸੀ ਵੀ ਮਤਲਬ ਮੁਸਲਮਾਨਾਂ ਦੇ ਲਈ ਵੱਖਰਾ ਚੋਣ ਮੰਡਲ ਤਿਆਰ ਕਰੋ, ਵੱਖਰਾ ਮਤ ਅਧਿਕਾਰ ਤਿਆਰ ਕਰੋ। ਸੋ 1909 ਦੇ ਵਿੱਚ ਜਾ ਕੇ ਮਾਰਲੇ ਮਿੰਟੋ ਜਿਹੜਾ ਸੁਧਾਰ ਐਕਟ ਨਹੀਂ ਆਇਆ ਅੱਗੇ ਜਾ ਕੇ 1909 ਦੇ ਵਿੱਚ, ਜਿਹਦੇ ਵਿੱਚ ਫੁੱਟ ਪਾਓ ਰਾਜ ਕਰੋ ਦੀ ਨੀਤੀ ਸ਼ੁਰੂ ਹੋਈ, ਉਦੋਂ ਇਹ ਮੰਗ ਮੰਨ ਲਈ ਸੀ। ਆਪਾਂ ਦੁਬਾਰੇ ਕਲੀਅਰ ਕਰਦੇ ਹਾਂ ਗੱਲ ਨੂੰ, ਥੋੜ੍ਹਾ ਜਿਹਾ ਸਲੋਅ ਚੱਲਾਂਗੇ ਕਿਉਂਕਿ ਇਹ ਸਾਰੀ ਤੁਹਾਡੇ ਦਿਮਾਗ 'ਚ ਫਿਲਮ ਬੈਠ ਜਾਣੀ ਚਾਹੀਦੀ ਹੈ ਵੀ ਕੀ ਘਟਨਾਵਾਂ ਹੋਈਆਂ। 1885 ਤੋਂ ਆਪਾਂ ਸ਼ੁਰੂ ਕਰ ਲਿਆ, 1906 ਤੱਕ ਆ ਚੁੱਕੇ ਹਾਂ। 1906 ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋ ਗਈ ਢਾਕਾ ਦੇ ਵਿੱਚ, ਬੰਗਲਾਦੇਸ਼ ਦੀ ਰਾਜਧਾਨੀ। ਆਗਾ ਖਾਂ ਅਤੇ ਸਲੀਮ ਉੱਲਾ ਖਾਂ ਨੇ ਕੀਤੀ।
ਸੋ ਇਹਨਾਂ ਨੇ ਇਹ ਕਿਉਂ ਕੀਤੀ? ਕਿਉਂਕਿ ਇਹਨਾਂ ਦੀ ਮੁੱਖ ਮੰਗ ਸੀ ਇੱਕ ਮੁਸਲਮਾਨਾਂ ਦੀ, ਜਿਹੜੇ ਇਹ ਜਿਨਾਹ ਵਰਗੇ, ਆਗਾ ਖਾਂ ਜਾਂ ਸਲੀਮਉੱਲਾ ਖਾਂ ਵਰਗੇ ਸੀ, ਇਹ ਕਹਿੰਦੇ ਸੀ ਵੀ ਮੁਸਲਮਾਨਾਂ ਦੇ ਲਈ ਵੱਖਰਾ ਚੋਣ ਮੰਡਲ ਤਿਆਰ ਕੀਤਾ ਜਾਵੇ। ਸੋ ਬ੍ਰਿਟਿਸ਼ ਸਰਕਾਰ ਅੱਗੇ ਇਹ ਮੰਗ ਬਾਰ-ਬਾਰ ਰੱਖਦੇ ਸੀ। ਸੋ 1909 ਦੇ ਵਿੱਚ ਇਹ ਮੰਨ ਲਈ ਸੀ। 1909 ਦੇ ਵਿੱਚ ਮਾਰਲੇਮੈਂਟੋ ਸੁਧਾਰ ਐਕਟ ਜਦੋਂ ਪਾਸ ਹੋਇਆ ਸੀ। ਅੱਗੇ ਦੇਖਦੇ ਹਾਂ, 1907 ਦੀ ਘਟਨਾ ਬਾਰੇ ਪੜ੍ਹਦੇ ਹਾਂ। 1907 ਦੇ ਵਿੱਚ ਕਾਂਗਰਸ ਦੀ ਵੰਡ ਹੋ ਗਈ ਸੀ ਦੋਸਤੋ। ਵੰਡ ਕੀ, ਨਰਮ ਦਲ ਬਣ ਗਿਆ ਸੀ ਇੱਕ ਤਾਂ, ਇੱਕ ਨਰਮ ਦਲ, ਇੱਕ ਗਰਮ ਦਲ, ਦੋ ਧੜਿਆਂ ਦੇ ਵਿੱਚ ਵੰਡ ਹੋ ਗਈ ਸੀ 1907 ਦੇ ਵਿੱਚ। ਸੂਰਤ ਦੇ ਵਿੱਚ ਮਤਲਬ ਇਹਨਾਂ ਦਾ ਨਾ ਅਧਿਵੇਸ਼ਨ ਚੱਲ ਰਿਹਾ ਸੀ, ਇਜਲਾਸ। ਸੂਰਤ ਦੇ ਵਿੱਚ ਇਜਲਾਸ ਚੱਲੀ ਜਾਂਦਾ ਸੀ 1907 ਦੇ ਵਿੱਚ। ਉਦੋਂ ਇਹਨਾਂ ਦੀ ਜਿਹੜੀ ਕਾਂਗਰਸ ਦੇ ਵਿੱਚ ਆਪਸ ਵਿੱਚ ਵਿਰੋਧ ਧੜਾ ਲੜਾਈ ਹੋ ਗਈ ਅੰਦਰ ਖਾਤੇ, ਤੇ ਇਹ ਦੋ ਧੜਿਆਂ 'ਚ ਵੰਡੀ ਗਈ, ਗਰਮ ਦਲ ਤੇ ਨਰਮ ਦਲ ਦੇ ਵਿੱਚ। ਸੋ ਜਿਹੜੀ ਗਰਮ ਦਲ ਦੀ ਅਗਵਾਈ ਕੀਤੀ ਸੀ ਉਹ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ। ਇਹ ਨੋਟ ਰੱਖਣਾ, ਬਾਲ ਗੰਗਾਧਰ ਤਿਲਕ ਨੇ ਜਿਹੜੀ ਗਰਮ ਦਲ ਦੀ ਜਿਹੜੀ ਸੀ ਅਗਵਾਈ ਕੀਤੀ ਸੀ, ਗੰਗਾਧਰ ਤਿਲਕ ਨੇ। ਅਗਲੀ ਘਟਨਾ ਦੇਖਦੇ ਹਾਂ, 1916 ਦੀ ਗੱਲ ਕਰਦੇ ਹਾਂ ਦੋਸਤੋ। 1916 ਦੇ ਵਿੱਚ ਇੱਕ ਮਸ਼ਹੂਰ ਅੰਦੋਲਨ ਚੱਲਿਆ। ਇਹਨੂੰ ਅੰਦੋਲਨ ਪੜ੍ਹਨਾ ਤੁਸੀਂ, ਟਾਈਪਿੰਗ ਦੇ ਵਿੱਚ ਮਿਸਟੇਕ ਹੋ ਜਾਂਦੀ ਆ। ਹੋਮ ਰੂਲ ਅੰਦੋਲਨ। ਸੋ ਹੋਮ ਰੂਲ ਅੰਦੋਲਨ ਪੁੱਛਿਆ ਜਾਂਦਾ ਵੀ ਕਦੋਂ ਚੱਲਿਆ? 1916 ਦੇ ਵਿੱਚ ਚੱਲਿਆ ਸੀਗਾ। ਇਹ ਕਿਹਨੇ ਚਲਾਇਆ ਸੀਗਾ? ਬਾਲ ਗੰਗਾਧਰ ਤਿਲਕ ਨੇ ਤੇ ਐਨੀ ਬੇਸੈਂਟ ਨੇ। ਕਈ ਵਾਰ ਪ੍ਰਸ਼ਨ ਇਹ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਵੀ ਹੋਮ ਰੂਲ ਅੰਦੋਲਨ ਬਾਲ ਗੰਗਾਧਰ ਤਿਲਕ ਨੇ ਚਲਾਇਆ, ਪਰ ਉਹਨਾਂ ਦੀ ਮਦਦ ਕਿਹਨੇ ਕੀਤੀ, ਉਹਨਾਂ ਦੇ ਨਾਲ ਕੌਣ ਸੀ? ਤਾਂ ਆ ਜਾਂਦਾ ਐਨੀ ਬੇਸੈਂਟ। ਸੋ ਇਹ ਸੀਗਾ ਹੋਮ ਰੂਲ ਅੰਦੋਲਨ ਦੇ ਨਾਲ ਸੰਬੰਧਿਤ। ਅਤੇ ਇੱਕ 1916 ਤੋਂ ਪਹਿਲਾਂ ਵੀ ਇੱਕ ਘਟਨਾ ਮਸ਼ਹੂਰ ਭੁੱਲ ਗਏ ਥੋੜ੍ਹੀ ਜਿਹੀ ਲਿਖਣੀ, ਜਿਵੇਂ 1914 ਦੇ ਵਿੱਚ ਕਾਮਾਗਾਟਾ ਮਾਰੂ ਘਟਨਾ ਹੋਈ ਸੀ। ਬਾਬਾ ਗੁਰਦਿੱਤ ਸਿੰਘ ਨੇ ਜਿਹੜਾ ਜਾਪਾਨੀ ਜਹਾਜ਼ ਲਿਆ ਸੀਗਾ, ਗਾਟਾ ਮਾਰੂ ਜਿਹੜੀ ਸੀਗੀ ਘਟਨਾ, ਦੇਖੋ 1914 'ਚ ਸੀਗੀ। 1913 ਦੇ ਵਿੱਚ ਇੱਕ ਸੀ ਪਿੱਛੇ, ਉਦੋਂ ਬਣੀ ਸੀਗੀ ਇਹ ਲਾਲਾ ਲਾਜਪਤ ਗਦਰ ਲਹਿਰ ਦੀ ਸਥਾਪਨਾ ਕੀਤੀ ਸੀ ਲਾਲਾ ਲਾਜਪਤ ਰਾਏ, ਬਾਬਾ ਸੋਹਣ ਸਿੰਘ ਭਾਕੜਾ ਨੇ। ਸੋ ਅਗਲਾ ਦੇਖਦੇ ਹਾਂ ਜੀ, 1916 ਦੇ ਵਿੱਚ ਅਗਲੀ ਘਟਨਾ ਸੀ ਜਿਹੜੀ ਲਖਨਊ ਸਮਝੌਤਾ ਹੋਇਆ ਸੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਦੋਂ ਕਾਂਗਰਸ 1907 ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ, ਤਾਂ ਇਹ ਦੋ ਧੜੇ ਜਾ ਕੇ ਸਮਝੌਤਾ ਹੋਇਆ ਸੀ 1916 'ਚ। ਇਹਨੂੰ ਲਖਨਊ ਸਮਝੌਤਾ ਕਹਿੰਦੇ ਹੈਗੇ। ਸੋ ਕਾਂਗਰਸ ਤੇ ਮੁਸਲਿਮ ਲੀਗ ਦੇ ਵਿੱਚ ਵੀ ਇੱਕ ਸਮਝੌਤਾ ਹੋਇਆ ਸੀ। ਇੱਥੇ ਦੋ ਸਮਝੌਤੇ ਹੋਏ ਸੀ। ਮਤਲਬ ਜਿਹੜੀ ਮੁਸਲਮਾਨਾਂ ਦੀ ਇੱਕ ਮੰਗ ਸੀ ਨਾ ਵੀ ਵੱਖਰਾ ਚੋਣ ਮੰਡਲ ਲੈਣ ਦੀ, ਸੋ ਉਹ ਵੀ ਕਾਂਗਰਸ ਨੇ ਮੰਨ ਲਈ ਸੀ ਉਦੋਂ। ਇਹ ਸਮਝੌਤਾ ਉਦੋਂ ਮੁਸਲਿਮ ਲੀਗ 'ਚ ਵੀ ਹੋ ਗਿਆ ਸੀ, ਅਤੇ ਕਾਂਗਰਸ ਦੇ ਜਿਹੜੇ ਦੋਨੇ ਧੜੇ ਸੀ ਉਹ ਵੀ ਇੱਕ ਵਾਰੀ ਇਕੱਠੇ ਹੋ ਗਏ ਸੀਗੇ। ਅਗਲੀ ਗੱਲ ਦੇਖਦੇ ਹਾਂ। ਸੋ 1919 ਦੀ ਘਟਨਾ ਬਾਰੇ ਪੜ੍ਹਦੇ ਹਾਂ। 1919 ਦੇ ਵਿੱਚ ਦੇਖੋ ਜਲ੍ਹਿਆਂਵਾਲਾ ਬਾਗ ਕਾਂਡ ਆ ਜਿਹੜਾ, ਉਹ ਮਸ਼ਹੂਰ ਹੈ, ਤੁਸੀਂ ਜਾਣਦੇ ਹੋ। ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਮਤਲਬ ਗੋਲੀ ਚਲਾ ਕੇ ਨਿਹੱਥੇ ਲੋਕਾਂ ਨੂੰ ਮਾਰ ਦਿੱਤਾ ਸੀ। ਇਹ ਕਿਉਂ ਹੋਇਆ ਸੀ? ਇਹ ਕਾਰਨ ਕੀ ਸੀ? ਸੋ 1919 ਦੇ ਵਿੱਚ ਨਾ ਇੱਕ ਰੋਲਟ ਐਕਟ ਨਾਂ ਦਾ ਜਿਹੜਾ ਸੀ ਕਾਨੂੰਨ ਪਾਸ ਕੀਤਾ ਸਰਕਾਰ ਨੇ। ਉਹ ਕਾਨੂੰਨ ਮਤਲਬ ਇੰਨਾ ਭੈੜਾ ਸੀਗਾ ਵੀ ਕੋਈ ਦਲੀਲ ਨਹੀਂ ਸੁਣੀ ਜਾਂਦੀ ਸੀ, ਕੋਈ ਅਪੀਲ ਨਹੀਂ ਸੁਣੀ ਜਾਂਦੀ ਸੀ। ਲੋਕਾਂ ਨੂੰ ਸਿੱਧਾ ਜਿਹਦੇ 'ਤੇ ਅੱਖ ਹੋ ਜਾਂਦੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਬ੍ਰਿਟਿਸ਼ ਸਰਕਾਰ ਜਿਹਨੂੰ ਚਾਹੁੰਦੀ ਸੀ ਗ੍ਰਿਫਤਾਰ ਕਰ ਲੈਂਦੀ ਸੀ। ਇਹਦੇ ਸੰਬੰਧ ਦੇ ਵਿੱਚ ਮੋਤੀ ਲਾਲ ਨਹਿਰੂ ਨੇ ਇੱਕ ਜਿਹੜੀ ਟਰਮ ਬੋਲੀ ਸੀਗੀ, ਇੱਕ ਲਾਈਨ ਬੋਲੀ ਸੀ, ਉਹ ਬੜੀ ਮਸ਼ਹੂਰ ਹੈ ਵੀ ਨਾ ਦਲੀਲ, ਨਾ ਅਪੀਲ, ਨਾ ਵਕੀਲ, ਕਹਿ ਕੇ ਇਸ ਵਿਰੋਧ ਦਾ ਜਿਹੜਾ ਉਹਨਾਂ ਨੇ ਜਿਹੜਾ ਨਿੰਦਿਆ ਕੀਤੀ ਸੀ। ਇਹ ਪੁੱਛ ਲਿਆ ਜਾਂਦਾ ਵੀ ਇਹ ਕਿਹਨੇ ਕਿਹਾ? ਮੋਤੀ ਲਾਲ ਨਹਿਰੂ ਨੇ ਕਿਹਾ ਸੀ। ਸੋ ਇਸੇ ਦੇ ਐਕਟ ਦੇ ਤਹਿਤ, ਰੋਲਟ ਐਕਟ ਦੇ ਤਹਿਤ 10 ਅਪ੍ਰੈਲ 1919 ਨੂੰ ਮਤਲਬ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਵਿੱਚ ਡਾਕਟਰ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਗ੍ਰਿਫਤਾਰ ਕਰ ਲਿਆ। ਸੋ ਉਹਨਾਂ ਦੇ ਗ੍ਰਿਫਤਾਰ ਕਰਨ 'ਤੇ ਲੋਕ ਭੜਕ ਉੱਠੇ। ਉਹਨਾਂ ਨੇ ਮਤਲਬ ਪੁਲਿਸ ਦਾ ਵਿਰੋਧ ਕੀਤਾ, ਅਤੇ 13 ਅਪ੍ਰੈਲ 1919 ਨੂੰ ਮਤਲਬ ਉਸੇ ਗ੍ਰਿਫਤਾਰੀ ਦੇ ਵਿਰੋਧ 'ਚ ਫਿਰ ਲੋਕ ਜਲ੍ਹਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ। ਸੋ ਉਹ ਇਕੱਠ ਦੇ ਉੱਤੇ ਜਨਰਲ ਡਾਇਰ ਨੇ ਜਿਹੜਾ ਸੀਗਾ ਅੰਮ੍ਰਿਤਸਰ ਦੇ ਵਿੱਚ ਗੋਲੀ ਚਲਾ ਦਿੱਤੀ ਸੀ, ਨਿਹੱਥੇ ਲੋਕਾਂ ਨੂੰ ਮਾਰ ਦਿੱਤਾ ਸੀ। ਸੋ ਇਸੇ ਹੱਤਿਆਕਾਂਡ ਦੇ ਵਿਰੋਧ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਆਪਣੀ ਉਪਾਧੀ ਤਿਆਗਤੀ ਸੀ, ਜਿਹੜੀ ਬ੍ਰਿਟਿਸ਼ ਸਰਕਾਰ ਨੇ ਉਹਨੂੰ ਦਿੱਤੀ ਸੀ, ਨਾਈਟਹੁੱਡ। ਸੋ ਨਾਈਟਹੁੱਡ ਦੀ ਉਹਨਾਂ ਨੇ ਜਿਹੜੀ ਸੀ, ਆਪਾਂ ਲਿਖ ਦਿੰਦੇ ਹਾਂ ਉਰੇ, ਨਾਈਟਹੁੱਡ ਦੀ ਜਿਹੜੀ ਉਪਾਧੀ ਤਿਆਗੀ ਸੀ ਉਹ ਰਵਿੰਦਰਨਾਥ ਟੈਗੋਰ ਨੇ ਤਿਆਗੀ ਸੀ। ਸੋ ਇਹ 1919 ਦੀ ਘਟਨਾ ਸਾਰੀ। ਰੋਲਟ ਐਕਟ ਪਾਸ ਹੋਇਆ, ਉਹਦਾ ਵਿਰੋਧ ਹੋਇਆ, ਉਹਦੇ ਸੰਬੰਧ ਦੇ ਵਿੱਚ ਕਿਵੇਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਲੋਕ ਇਕੱਠੇ ਹੋਏ ਜਲ੍ਹਿਆਂਵਾਲੇ ਬਾਗ 'ਚ, ਉੱਥੇ ਗੋਲੀ ਚਲਾਈ ਗਈ। ਰਵਿੰਦਰਨਾਥ ਟੈਗੋਰ ਨੇ ਮਤਲਬ ਆਪਣੀ ਨਾਈਟਹੁੱਡ ਦੀ ਉਪਾਧੀ ਤਿਆਗੀ, ਲੋਕਾਂ 'ਚ ਰੋਸ ਵਧਿਆ। ਇਹ ਸੀ 1919 ਦੀ ਜਿਹੜੀ ਘਟਨਾ ਸੀ।
1919 ਐਕਟ ਆਪਾਂ ਰੋਲਟ ਐਕਟ ਬਾਰੇ ਪੜ੍ਹ ਚੁੱਕੇ ਹਾਂ। ਗਾਂਧੀ ਨੇ ਇਹਨੂੰ ਕਾਲਾ ਕਾਨੂੰਨ ਕਿਹਾ ਸੀਗਾ, ਇਹ ਯਾਦ ਰੱਖਣਾ। ਕਾਲਾ ਕਾਨੂੰਨ ਗਾਂਧੀ ਨੇ ਕਿਹਾ ਸੀ। ਨਾ ਦਲੀਲ, ਨਾ ਅਪੀਲ, ਨਾ ਵਕੀਲ, ਇਹ ਗੱਲ ਕਹੀ ਸੀ ਮੋਤੀ ਲਾਲ ਨਹਿਰੂ ਨੇ। ਅਗਲੀ ਗੱਲ ਦੇਖਦੇ ਹਾਂ ਦੋਸਤੋ, 1920 ਦੇ ਵਿੱਚ ਕੀ ਹੋਇਆ? ਖਿਲਾਫਤ ਅੰਦੋਲਨ ਸ਼ੁਰੂ ਹੋਇਆ ਜੀ। ਇਹ ਇੱਕ ਧਾਰਮਿਕ ਅੰਦੋਲਨ ਸੀ ਦੋਸਤੋ, ਇਹ ਯਾਦ ਰੱਖਿਓ। ਸ਼ੌਕਤ ਅਲੀ ਤੇ ਮੁਹੰਮਦ ਅਲੀ, ਇਹ ਦੋ ਭਰਾ ਸੀਗੇ, ਬ੍ਰਦਰਜ਼। ਸ਼ੌਕਤ ਅਲੀ, ਮੁਹੰਮਦ ਅਲੀ ਬ੍ਰਦਰਜ਼ ਲਿਖਿਆ ਜਾਂਦਾ ਮਗਰ। ਸੋ ਇਹਨਾਂ ਦੋਨਾਂ ਨੇ ਇਹ ਖਿਲਾਫਤ ਅੰਦੋਲਨ ਸ਼ੁਰੂ ਕੀਤਾ ਸੀ। ਇਹਨੂੰ ਤੁਸੀਂ ਅੰਦੋਲਨ ਪੜ੍ਹਨਾ ਹਰ ਥਾਂ। ਤੇ ਇਹ ਨਾ ਤੁਰਕੀ ਦੇ ਵਿੱਚ ਜਦੋਂ ਮਤਲਬ ਪਹਿਲਾ ਵਿਸ਼ਵ ਯੁੱਧ ਲੱਗਿਆ ਹੋਇਆ ਸੀਗਾ, ਤਾਂ ਤੁਰਕੀ ਦੇ ਵਿੱਚ ਤੁਰਕੀ ਨੂੰ ਇਹਨਾਂ ਨੇ ਅਲੱਗ-ਅਲੱਗ ਖੇਤਰਾਂ 'ਚ ਵੰਡਤਾ ਸੀਗਾ, ਬ੍ਰਿਟਿਸ਼ ਨੇ, ਅੰਗਰੇਜ਼ਾਂ ਨੇ। ਤੇ ਉੱਥੋਂ ਦਾ ਜਿਹੜਾ ਖਲੀਫਾ ਸੀ ਇਹਨਾਂ ਦਾ, ਮੁਸਲਮਾਨਾਂ ਦਾ ਜਿਹੜਾ ਮੁੱਖ ਹੁੰਦਾ ਹੈਗਾ ਕਰਤਾ ਧਰਤਾ, ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਸੋ ਉਹਦੇ ਵਿਰੋਧ ਦੇ ਵਿੱਚ ਸ਼ੌਕਤ ਅਲੀ ਤੇ ਮੁਹੰਮਦ ਅਲੀ ਨੇ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ 1920 'ਚ ਖਿਲਾਫਤ ਅੰਦੋਲਨ ਚਲਾਇਆ। ਮੁੱਖ ਗੱਲ ਇਹਦੇ ਵਿੱਚ ਆਇਆ ਵੀ ਗਾਂਧੀ ਤੇ ਜਿਹੜਾ ਤਿਲਕ ਸੀਗਾ ਆਪਣਾ, ਉਹਨੇ ਮਤਲਬ ਇਹਦੇ ਵਿੱਚ ਮਦਦ ਕੀਤੀ ਸੀ ਇਹਨਾਂ ਦੀ। ਖਲੀਫਾ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਦੇ ਵਿੱਚ ਜਿਹੜਾ ਖਿਲਾਫਤ ਅੰਦੋਲਨ ਚੱਲਿਆ ਮੁਸਲਮਾਨਾਂ ਦਾ, ਉਹਦੇ ਵਿੱਚ ਮਹਾਤਮਾ ਗਾਂਧੀ ਤੇ ਤਿਲਕ ਨੇ ਮਤਲਬ ਮਦਦ ਕੀਤੀ, ਮੁਸਲਮਾਨਾਂ ਤੇ ਹਿੰਦੂਆਂ ਦੀ ਏਕਤਾ ਸ਼ੋਅ ਕਰਾਈ। ਅਗਲੀ ਗੱਲ ਦੇਖਦੇ ਹਾਂ, 1920 ਦੇ ਵਿੱਚ ਇੱਕ ਕਾਂਗਰਸ ਦਾ ਜਿਹੜਾ ਨਾਗਪੁਰ ਦੇ ਵਿੱਚ ਅਧਿਵੇਸ਼ਨ ਹੋਇਆ, ਉਹਦੇ ਬਾਰੇ ਪੜ੍ਹਦੇ ਹਾਂ ਆਪਾਂ। ਕਾਂਗਰਸ ਦਾ ਜਿਹੜਾ ਮਤਲਬ ਇਜਲਾਸ ਹੋਇਆ ਜੀ ਨਾਗਪੁਰ ਦੇ ਵਿੱਚ, ਉੱਥੇ ਇੱਕ ਅਸਹਿਯੋਗ ਅੰਦੋਲਨ ਦਾ ਪ੍ਰਸਤਾਵ ਰੱਖਿਆ ਗਿਆ। ਗਾਂਧੀ ਨੇ ਕਹਿਣ ਦਾ ਮਤਲਬ 1920 ਦੇ ਵਿੱਚ ਅਸਹਿਯੋਗ ਅੰਦੋਲਨ ਚਲਾਇਆ ਸੀ ਜਿਹੜਾ ਜੀ, ਉਹਦਾ ਜਿਹੜਾ ਪ੍ਰਸਤਾਵ ਪਾਸ ਹੋਇਆ ਸੀ, ਉਹ ਮਤਲਬ ਹੋਇਆ ਸੀਗਾ ਜੀ 1920 ਦੇ ਵਿੱਚ ਕਾਂਗਰਸ ਦੇ ਅਧਿਵੇਸ਼ਨ ਨਾਗਪੁਰ ਵਾਲੇ ਦੇ ਵਿੱਚ। ਇਹ ਯਾਦ ਗੱਲ ਰੱਖਣੀ ਹੈ ਤੁਸੀਂ, ਨਾਗਪੁਰ ਵਾਲੇ ਵਿੱਚ ਹੋਇਆ ਸੀ। ਤੇ ਅੱਗੇ ਆਪਾਂ ਇਹਦੇ ਬਾਰੇ 'ਚ ਜੇ ਗੱਲ ਕਰਨੀ ਹੋਵੇ, 5 ਫਰਵਰੀ 1922 ਨੂੰ ਨਾ ਇਹ ਅਸਹਿਯੋਗ ਅੰਦੋਲਨ ਦੇ ਸੰਬੰਧ 'ਚ ਇੱਕ ਘਟਨਾ ਹੋਈ ਸੀ। ਆਪਾਂ ਅੱਗੇ ਪੜ੍ਹਦੇ ਹਾਂ ਇਹਦੇ ਬਾਰੇ 'ਚ। ਡਾਂਡੀ ਮਾਰਚ ਆਊਗਾ, ਚੌਰਾ ਚੌਰੀ ਘਟਨਾ ਆਊਗਾ 1922 ਦੇ ਵਿੱਚ। 1922 ਮਤਲਬ 5 ਫਰਵਰੀ 1922 ਚੌਰਾ ਚੌਰੀ ਕਾਂਡ ਹੋਇਆ ਸੀਗਾ। ਗੋਰਖਪੁਰ ਇੱਕ ਪਿੰਡ ਸੀ ਯੂਪੀ ਦਾ, ਉੱਥੇ ਮਤਲਬ ਨਾ ਕਿਸਾਨ ਉਸ ਥਾਂ 'ਤੇ ਬਹੁਤ ਇਕੱਠੇ ਹੋਏ ਸੀਗੇ ਅਸਹਿਯੋਗ ਅੰਦੋਲਨ ਦੇ ਵਿੱਚ, ਤੇ ਪੁਲਿਸ ਵਾਲਿਆਂ ਨੇ ਗੋਲੀ ਚਲਾਤੀ ਉਹਨਾਂ 'ਤੇ, 69 ਲੋਕਾਂ 'ਤੇ। ਸੇ ਕਿਸਾਨਾਂ ਨੇ ਜਾਂ ਮਤਲਬ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਲੋਕਾਂ ਨੇ 22 ਪੁਲਿਸ ਵਾਲਿਆਂ ਦੀ ਮੌਤ ਕਰਤੀ, ਅੱਗ ਲਾਤੀ ਉੱਥੇ ਥਾਣੇ ਨੂੰ, ਚੌਰਾ ਚੌਰੀ ਪਿੰਡ ਦੇ ਵਿੱਚ, ਗੋਰਖਪੁਰ ਦੇ ਵਿੱਚ। ਤੇ ਇਸੇ ਘਟਨਾ ਦੇ ਕਰਕੇ ਗਾਂਧੀ ਬਹੁਤ ਨਾਰਾਜ਼ ਹੋਇਆ। ਗਾਂਧੀ ਚਾਹੁੰਦਾ ਸੀ ਵੀ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸੀ। ਗਾਂਧੀ ਮਤਲਬ ਸ਼ਾਂਤਮਈ ਪ੍ਰਦਰਸ਼ਨ ਦਾ ਜਿਹੜਾ ਸੀਗਾ ਪੁਜਾਰੀ ਸੀ। ਸੋ ਇਸੇ ਘਟਨਾ ਦੇ ਤਹਿਤ ਗਾਂਧੀ ਨੇ ਮਤਲਬ ਅੰਦੋਲਨ ਵਾਪਸ ਲੈ ਲਿਆ ਸੀਗਾ। ਇਹ ਜਿਹੜਾ ਅਸਹਿਯੋਗ ਅੰਦੋਲਨ ਸੀ ਉਹਨੂੰ ਵਾਪਸ ਲੈ ਲਿਆ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਅੱਗੇ ਗੱਲ ਕਰਦੇ ਹਾਂ। 1923 ਦੇ ਵਿੱਚ ਜਦੋਂ ਮਤਲਬ ਗਾਂਧੀ ਨੇ ਅਸਹਿਯੋਗ ਅੰਦੋਲਨ ਵਾਪਸ ਲੈ ਲਿਆ ਸੀ, ਤਾਂ ਮਤਲਬ ਉੱਥੇ ਨਾ ਬਹੁਤ ਸਾਰੇ ਬੰਦੇ ਗਾਂਧੀ ਦੇ ਖਿਲਾਫ ਹੋ ਗਏ ਕਾਂਗਰਸ ਦੇ ਵਿੱਚ, ਵੀ ਮਤਲਬ ਇਹ ਚੰਗੀ ਗੱਲ ਨਹੀਂ ਹੈਗੀ। ਤਾਂ ਫਿਰ 1 ਜਨਵਰੀ 1923 ਨੂੰ ਸਵਰਾਜ ਪਾਰਟੀ ਦੀ ਸਥਾਪਨਾ ਹੋਈ। ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ, CR ਦਾਸ ਕਹਿ ਦਿੰਦੇ ਆ, ਇਹਨਾਂ ਨੇ ਮਤਲਬ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ। ਸਵਰਾਜ ਪਾਰਟੀ ਦਾ ਉਦੇਸ਼ ਸੀਗਾ ਚੋਣਾਂ ਲੜਨਾ, ਵੀ ਅਸੀਂ ਚੋਣਾਂ ਲੜਾਂਗੇ ਤੇ ਨਾਲੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਂਗੇ। ਸੋ ਇਸ ਤਰ੍ਹਾਂ ਦਾ ਮਤਲਬ ਸਵਰਾਜ ਪਾਰਟੀ ਦੀ ਸਥਾਪਨਾ ਬਾਰੇ ਪੁੱਛਿਆ ਜਾਂਦਾ ਵੀ ਸਵਰਾਜ ਪਾਰਟੀ ਦੀ ਸਥਾਪਨਾ ਕਿਹਨੇ ਕੀਤੀ, ਕਦੋਂ ਕੀਤੀ, ਤੇ ਇਹ ਕਿਹੜੀ ਘਟਨਾ 'ਚੋਂ ਸਵਰਾਜ ਪਾਰਟੀ ਦੀ ਸਥਾਪਨਾ ਹੋਈ। ਸੋ ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਜਦੋਂ ਉਹਨਾਂ ਨੇ ਅੰਦੋਲਨ ਵਾਪਸ ਲੈ ਲਿਆ, ਤਾਂ ਫਿਰ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ ਨੇ, CR ਦਾਸ ਨੇ। ਅਗਲੀ ਘਟਨਾ ਪੜ੍ਹਦੇ ਹਾਂ 1928 ਦੇ ਵਿੱਚ। ਸੋ ਦੋਸਤੋ ਜਿਹੜਾ ਰੋਲਟ ਐਕਟ ਕਾਨੂੰਨ ਬਣਿਆ ਸੀਗਾ 1919 ਦੇ ਵਿੱਚ, ਉਹਦੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਸਾਈਮਨ ਕਮਿਸ਼ਨ ਮਤਲਬ ਸਥਾਪਿਤ ਕੀਤਾ ਗਿਆ। 1927 ਦੇ ਵਿੱਚ ਸਥਾਪਿਤ ਕੀਤਾ ਸੀ ਅੰਗਰੇਜ਼ ਸਰਕਾਰ ਨੇ, ਲੰਡਨ ਦੇ ਵਿੱਚ 1927 'ਚ ਪਾਸ ਕੀਤਾ। ਇਹ ਸਥਾਪਿਤ ਹੋ ਗਿਆ, ਮਤਲਬ ਸਾਈਮਨ ਕਮਿਸ਼ਨ ਬਣਾ ਲਿਆ। ਭਾਰਤ ਇਹ 1928 ਦੇ ਵਿੱਚ ਆਇਆ ਸੀ, ਇੰਨਾ ਕੁ ਯਾਦ ਰੱਖਣਾ ਤੁਸੀਂ। ਤੇ ਇਹਦੇ ਵਿੱਚ ਨਾ 1919 ਦਾ ਜਿਹੜਾ ਅਧੀਨਿਯਮ ਸੀਗਾ, ਜਿਹੜਾ ਰੋਲਟ ਐਕਟ ਸੀਗਾ, ਉਹਦੀਆਂ ਕਮੀਆਂ ਪੇਸ਼ੀਆਂ, ਉਹਦੇ ਔਗਣ ਗੁਣ ਔਗਣ, ਉਹ ਸਾਰੀਆਂ ਚੀਜ਼ਾਂ ਨੂੰ ਫਰੋਲਣ ਵਾਸਤੇ ਇਹ ਜਿਹੜਾ ਬਣਾਇਆ ਗਿਆ ਸੀ। ਉਹ ਘਟਨਾਕ੍ਰਮਾਂ ਨੂੰ ਜਾਂਚਣ ਵਾਸਤੇ ਇੱਕ ਤਰ੍ਹਾਂ ਦੀ ਇਹ ਕਮੇਟੀ ਬਣੀ ਸੀ। ਇਹਨੂੰ ਮਤਲਬ ਸਫੇਦ ਕਮਿਸ਼ਨ ਵੀ ਬੋਲਿਆ ਗਿਆ, ਕਿਉਂਕਿ ਇਹਦੇ ਵਿੱਚ ਜਿੰਨੇ ਮੈਂਬਰ ਸੀ, 7 ਮੈਂਬਰ ਸੀ, 7 ਦੇ 7 ਅੰਗਰੇਜ਼ ਅਧਿਕਾਰੀ ਸੀ। ਸੋ ਇਹਦਾ ਵਿਰੋਧ ਹੋਇਆ ਥਾਂ ਥਾਂ 'ਤੇ। ਬੰਬੇ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਕਮਿਸ਼ਨ, ਅਤੇ ਪੰਜਾਬ ਦੇ ਵਿੱਚ ਇਹਦੇ ਨਾਲ ਸੰਬੰਧਿਤ ਘਟਨਾ ਹੋ ਗਈ ਸੀ। ਲਾਲਾ ਲਾਜਪਤ ਰਾਏ ਇਹਦਾ ਵਿਰੋਧ ਕਰ ਰਹੇ ਸੀ, ਜਦੋਂ ਸਾਰੇ ਭਗਤ ਸਿੰਘ ਹੋਰੀਏ ਇਕੱਠੇ ਹੋ ਕੇ ਲਾਲਾ ਲਾਜਪਤ ਰਾਏ ਦੀ ਜਿਹੜੀ ਹੈ ਮੌਤ ਹੋ ਗਈ ਸੀ। ਸੋ ਅਗਲਾ ਦੇਖਦੇ ਹਾਂ 1928 ਦੀ ਘਟਨਾ।
ਨਹਿਰੂ ਰਿਪੋਰਟ ਪੁੱਛਿਆ ਜਾਂਦਾ ਵੀ ਕਦੋਂ ਪੇਸ਼ ਕੀਤੀ ਗਈ, 1928 ਦੇ ਵਿੱਚ। ਨਹਿਰੂ ਰਿਪੋਰਟ ਦੇ ਸਮੇਂ ਜਿਹੜਾ ਕਾਂਗਰਸ ਦਾ ਪ੍ਰਧਾਨ ਸੀ ਜੀ, ਉਹ ਮੋਤੀ ਲਾਲ ਨਹਿਰੂ ਸੀਗਾ। ਨਹਿਰੂ ਰਿਪੋਰਟ ਪੇਸ਼ ਕਿਹਨੇ ਕੀਤੀ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਬਸ ਇੱਦਾਂ ਹੀ ਪ੍ਰਸ਼ਨ ਪੁੱਛਿਆ ਜਾਂਦਾ ਵੀ ਨਹਿਰੂ ਰਿਪੋਰਟ ਕਿਹਨੇ ਪੇਸ਼ ਕੀਤੀ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਨਹਿਰੂ ਰਿਪੋਰਟ ਕਦੋਂ ਪੇਸ਼ ਕੀਤੀ? 1928 ਦੇ ਵਿੱਚ। ਇਹ ਤੁਸੀਂ ਇਹਦੇ ਨਾਲ ਸੰਬੰਧਿਤ ਯਾਦ ਰੱਖਣਾ। ਮਤਲਬ ਇਹ ਰਿਪੋਰਟ ਦਾ ਜਿਹੜਾ ਮੁੱਖ ਮਕਸਦ ਸੀ ਨਾ, ਭਾਰਤ ਦਾ ਸੰਵਿਧਾਨ ਬਣਾਉਣ ਲਈ ਇਹ ਟੀਚੇ ਮਿੱਥੇ ਸੀ, ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ। ਅਗਲੀ ਘਟਨਾ 1929 ਦੇ ਵਿੱਚ ਲਾਹੌਰ ਸਾਜ਼ਿਸ਼ ਕੇਸ। ਸੋ ਲਾਹੌਰ ਦੇ ਵਿੱਚ ਭਗਤ ਸਿੰਘ ਹੋਰਿਆਂ ਨੇ, ਬਟੁਕੇਸ਼ਵਰ ਦੱਤ, ਇਹਨਾਂ ਨੇ ਮਤਲਬ ਬ੍ਰਿਟਿਸ਼ ਮੀਟਿੰਗ ਚੱਲੀ ਜਾਂਦੀ ਸੀ ਅੰਗਰੇਜ਼ਾਂ ਦੀ ਦਿੱਲੀ ਦੇ ਵਿੱਚ। ਉੱਥੇ ਨਾ ਮਤਲਬ ਇਹਨਾਂ ਨੇ ਧਮਾਕਾ ਕਰਤਾ ਸੀਗਾ। ਸੋ ਇਹਦੇ ਸੰਬੰਧੀ ਲਾਹੌਰ ਸਾਜ਼ਿਸ਼ ਕੇਸ ਵੀ ਇਹਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਲਾਹੌਰ ਦੇ ਵਿੱਚ ਇਹ ਸਾਰਾ ਪਲਾਨ ਤਿਆਰ ਕੀਤਾ ਸੀ ਇਹਨਾਂ ਨੇ 1929 ਦੇ ਵਿੱਚ। ਸੋ ਭਗਤ ਸਿੰਘ ਹੋਰਿਆਂ ਨੂੰ ਇਸ ਤੋਂ ਬਾਅਦ ਅੱਗੇ ਕੇਸ ਚੱਲਿਆ ਅਤੇ ਇਹਨਾਂ ਨੂੰ ਮਤਲਬ ਫਾਂਸੀ ਦੀ ਸਜ਼ਾ ਹੋ ਗਈ ਸੀ। ਸੋ ਅਗਲੀ ਘਟਨਾ ਪੜ੍ਹਦੇ ਹਾਂ ਜੀ ਆਪਾਂ। 1929 ਦੇ ਵਿੱਚ ਹੋਰ ਘਟਨਾ ਸੀ ਇੱਕ, ਲਾਹੌਰ ਕਾਂਗਰਸ ਅਧਿਵੇਸ਼ਨ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਪੂਰਾ ਸਮਝਾਉਣੇ ਆਪਾਂ ਤੁਹਾਨੂੰ। 1929 ਦੇ ਵਿੱਚ ਕਾਂਗਰਸ ਦਾ ਲਾਹੌਰ ਦੇ ਵਿੱਚ ਇਜਲਾਸ ਹੋਇਆ। ਉਸ ਇਜਲਾਸ ਦੇ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਕਿਹਨੇ ਕੀਤਾ ਸੀ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਮਤਲਬ ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਹੁਣ ਪੂਰਨ ਸਵਰਾਜ ਦੀ ਮੰਗ ਉਠਾਤੀ ਸੀ ਵੀ ਸਾਨੂੰ ਪੂਰੀ ਆਜ਼ਾਦੀ ਚਾਹੀਦੀ ਆ, ਫੁੱਲ। ਜਿਵੇਂ ਹੁਣ ਆਪਾਂ ਮੋਦੀ ਸਰਕਾਰ ਕਹਿ ਰਹੀ ਹੈ ਵੀ ਭਾਈ ਤੁਸੀਂ ਕਾਨੂੰਨ 'ਚ ਸੋਧ ਕਰਾ ਲਓ ਕਿਸਾਨੀ ਬਿੱਲਾਂ ਦੇ ਵਿੱਚ, ਅਤੇ ਕਿਸਾਨ ਦੇ ਆਗੂ ਨੇ ਉਹ ਕਹਿੰਦੇ ਵੀ ਸਾਨੂੰ ਸੋਧ ਦੀ ਲੋੜ ਨਹੀਂ, ਅਸੀਂ ਤਾਂ ਪੂਰਾ ਮੰਗ ਕਰਦੇ ਹਾਂ ਵੀ ਇਹ ਰੱਦ ਕਰ ਦਿਓ ਜਿਹੜੇ ਕਾਨੂੰਨ ਨੇ। ਇਸੇ ਤਰ੍ਹਾਂ ਹੀ ਮਤਲਬ ਇੱਥੇ ਇਹਨਾਂ ਨੇ ਮਤਾ ਪਾਸ ਕਰਤਾ ਸੀ ਵੀ ਅਸੀਂ ਸੋਧਾਂ ਕੋਈ ਨਹੀਂ ਕਰਾਉਣੀਆਂ, ਛੋਟੀਆਂ ਮੋਟੀਆਂ ਮੰਗਾਂ ਨਹੀਂ ਮੰਨਣੀਆਂ ਸੀ, ਸਾਨੂੰ ਤਾਂ ਸਿੱਧੀ ਜਿਹੀ ਗੱਲ ਆ ਵੀ ਸਾਨੂੰ ਪੂਰੀ ਆਜ਼ਾਦੀ ਚਾਹੀਦੀ ਹੈ। ਇਹ ਗੱਲ ਇਸ ਤਰੀਕੇ ਨਾਲ ਤੁਸੀਂ ਯਾਦ ਰੱਖਣਾ ਇਸ ਗੱਲ ਨੂੰ। ਸੋ 31 ਦਸੰਬਰ 1929 ਨੂੰ, 31 ਦਸੰਬਰ ਯਾਦ ਰੱਖਿਓ ਡੇਟ, 1929 ਨੂੰ ਇੱਕ ਮਤਲਬ ਇਹ ਇਜਲਾਸ ਹੋਇਆ ਸੀ। ਇਹਨਾਂ ਨੇ ਇੱਕ ਮਤਾ ਪਾਸ ਕੀਤਾ ਵੀ ਆਪਾਂ ਅੱਗੇ ਜਿਹੜੀ 26 ਜਨਵਰੀ ਆਊਗੀ 1930, 26 ਜਨਵਰੀ 1930 ਨੂੰ ਮਤਲਬ ਸੁਤੰਤਰਤਾ ਦਿਵਸ ਮਨਾਵਾਂਗੇ। ਮਤਲਬ ਭਾਰਤ ਦਾ ਪਹਿਲਾ ਸੁਤੰਤਰਤਾ ਦਿਵਸ ਸੀ ਜਿਹੜਾ 26 ਜਨਵਰੀ 1930 ਦੇ ਦਿਨ ਮਨਾਇਆ ਗਿਆ। ਤਾਂਹੀਓ ਹੀ 26 ਜਨਵਰੀ 1950 ਦਾ ਦਿਨ ਰੱਖਿਆ ਸੀਗਾ ਮਤਲਬ ਸੰਵਿਧਾਨ ਲਾਗੂ ਕਰਨ ਵਾਸਤੇ। ਸੋ ਸਾਰੀ ਘਟਨਾ ਤੁਸੀਂ ਸਮਝ ਗਏ ਹੋਵੋਗੇ। ਆਪਾਂ ਅੱਗੇ ਦੇਖਦੇ ਹਾਂ 1930 ਦੇ ਵਿੱਚ ਜੀ। 1930 ਦੇ ਵਿੱਚ ਮਤਲਬ ਇਸ ਸਮੇਂ ਚੱਲ ਪਿਆ ਸੀਗਾ ਜਿਹੜਾ ਵਾਇਸਰਾਏ ਸੀਗਾ ਇਰਵਨ ਸ਼ੁਰੂ ਹੋ ਗਿਆ ਸੀ। ਇੱਥੋਂ ਨਮਕ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਜੀ ਗਾਂਧੀ ਨੇ। ਸਾਬਰਮਤੀ ਤੋਂ ਲੈ ਕੇ ਡਾਂਡੀ ਤੱਕ ਇੱਕ ਯਾਤਰਾ ਕੀਤੀ ਸੀ ਗੁਜਰਾਤ ਦੇ ਵਿੱਚ। ਡਾਂਡੀ ਇੱਕ ਪਿੰਡ ਹੈਗਾ ਸਮੁੰਦਰ ਦੇ ਨੇੜੇ, ਉੱਥੇ ਤੱਕ ਇਹਨਾਂ ਨੇ 1930 ਦੇ ਵਿੱਚ ਨਮਕ ਸੱਤਿਆਗ੍ਰਹਿ ਮਤਲਬ ਅੰਦੋਲਨ ਚਲਾਇਆ ਸੀ। ਸਾਬਰਮਤੀ ਤੋਂ ਯਾਤਰਾ ਸ਼ੁਰੂ ਕੀਤੀ, 258 ਕਿਲੋਮੀਟਰ ਪੈਦਲ ਯਾਤਰਾ ਕੀਤੀ। ਇਹਨਾਂ ਦੇ ਨਾਲ 78 79 ਵੀ ਲਿਖਿਆ ਹੁੰਦਾ ਕਈ ਵਾਰ, 70 ਨੂੰ 79 ਅਤੇ 78 ਇਹ ਇੰਨੇ ਜਾਣੇ ਇਹਨਾਂ ਦੇ ਨਾਲ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ। ਸੋ ਮਹਾਤਮਾ ਗਾਂਧੀ ਨੇ ਡਾਂਡੀ ਦੇ ਵਿੱਚ ਜਾ ਕੇ ਮਤਲਬ ਉੱਥੇ ਨਮਕ ਬਣਾਇਆ ਸੀ ਅਤੇ ਕਾਨੂੰਨ ਤੋੜਿਆ ਸੀ ਨਮਕ ਬਣਾਉਣ ਸੰਬੰਧੀ। ਸੋ ਇਹ 1930 ਦਾ ਨਮਕ ਸੱਤਿਆਗ੍ਰਹਿ ਸੀਗਾ। 1930 ਤੋਂ 34 ਤੱਕ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ ਮਹਾਤਮਾ ਗਾਂਧੀ ਨੇ। ਸੋ ਇਸ ਦੇ ਸਮੇਂ ਮਤਲਬ ਮਹਾਤਮਾ ਗਾਂਧੀ ਦਾ ਇਰਬਨ ਦੇ ਨਾਲ ਸਮਝੌਤਾ ਹੋਇਆ, ਗੋਲਮੇਜ਼ ਕਾਨਫਰੰਸਾਂ ਹੋਈਆਂ, ਕਾਫੀ ਕੁਛ ਇਸ ਸਮੇਂ ਦੇ ਵਿੱਚ ਹੋਇਆ 1930 ਅਤੇ 34 ਦੇ ਵਿੱਚ ਜਦੋਂ ਸਿਵਲ ਨਾਫਰਮਾਨੀ ਅੰਦੋਲਨ ਚੱਲ ਰਿਹਾ ਸੀ। ਸੋ ਆਪਾਂ ਇਹਦੇ ਵਿੱਚ ਕੀ ਘਟਨਾ ਹੋਈਆਂ ਅੱਗੇ ਪੜ੍ਹਦੇ ਹਾਂ। 1930 31 32 ਦੇ ਵਿੱਚ ਗੋਲਮੇਜ਼ ਕਾਨਫਰੰਸਾਂ ਹੋਈਆਂ ਜੀ, 3 ਵੈਰੀ ਇੰਪੋਰਟੈਂਟ ਨੇ, ਇਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾਂਦਾ ਕਈ ਵਾਰ। 3 ਜਿਹੜੀਆਂ ਗੋਲਮੇਜ਼ ਕਾਨਫਰੰਸਾਂ ਹੋਈਆਂ ਸੀਗੀਆਂ, ਇਹ ਕਿੱਥੇ ਹੋਈਆਂ ਸੀ? ਪਹਿਲੀ ਗੱਲ ਤਾਂ ਆਪਾਂ ਇਹ ਦੇਖਾਂਗੇ ਸੈਂਟ ਜੇਮਜ਼ ਪੈਲਸ ਸੀ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਹੋਈਆਂ ਜੀ ਇਹ, ਸੈਂਟ ਜੇਮਜ਼ ਪੈਲਸ ਸੀਗਾ ਕੋਈ, ਉੱਥੇ ਹੋਈਆਂ ਇਹ। ਸੋ ਜਿਹੜੀ ਮਤਲਬ ਪਹਿਲੀ ਹੋਈ ਉਹਦੇ ਵਿੱਚ ਮਤਲਬ ਕਾਂਗਰਸ ਨੇ ਮਤਲਬ ਗਾਂਧੀ ਨੇ ਭਾਗ ਨਹੀਂ ਲਿਆ ਉਹਦੇ ਵਿੱਚ, ਕਾਂਗਰਸ ਦਾ ਕੋਈ ਉਹ ਬੰਦਾ ਚਲਿਆ ਗਿਆ ਹੋਊਗਾ। ਦੂਜੀ ਦੇ ਵਿੱਚ ਗਾਂਧੀ ਨੇ ਭਾਗ ਲਿਆ, ਤੀਜੀ ਦੇ ਵਿੱਚ ਕਾਂਗਰਸ ਦਾ ਕੋਈ ਵੀ ਬੰਦਾ ਨਹੀਂ ਗਿਆ। ਸੋ ਇਹਦੇ ਵਿੱਚ ਜੇਕਰ ਕਈ ਵਾਰ ਪੁੱਛ ਲਿਆ ਜਾਂਦਾ ਵੀ 3 ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਕਿਹਨੇ ਭਾਗ ਲਿਆ ਸੀ? ਮੁਹੰਮਦ ਅਲੀ ਜਿਨਾਹ ਅਤੇ ਡਾਕਟਰ ਅੰਬੇਦਕਰ, ਇਹ 2 ਬੰਦਿਆਂ ਨੇ 3 ਦੇ ਵਿੱਚ ਭਾਗ ਲਿਆ ਸੀ ਜੀ। ਇੱਕ ਇੱਥੇ ਗੱਲ ਆ ਜਾਂਦੀ ਵੀ 5 ਮਾਰਚ 1931 ਨੂੰ ਗਾਂਧੀ ਦਾ ਇਰਵਨ ਨਾਲ ਸਮਝੌਤਾ ਹੋਇਆ ਸੀ। ਇਹਦੇ ਵਿੱਚ ਇੱਕ ਗੱਲ ਪ੍ਰਸ਼ਨ ਆ ਜਾਂਦਾ ਵੀ ਗਾਂਧੀ ਇਰਵਨ ਸਮਝੌਤਾ ਕਦੋਂ ਹੋਇਆ? 5 ਮਾਰਚ 1931 ਨੂੰ ਹੋਇਆ। 5 ਮਾਰਚ
1931 ਨੂੰ। ਹੁਣ ਤੁਸੀਂ ਇੱਥੋਂ ਨੋਟ ਕਰ ਲਓ 1930 ਦੇ ਵਿੱਚ ਪਹਿਲੀ ਹੋਈ ਗੋਲਮੇਜ ਕਾਨਫਰੰਸ, ਉਹਦੇ ਵਿੱਚ ਕੋਈ ਨਹੀਂ ਗਿਆ, ਗਾਂਧੀ ਨਹੀਂ ਗਿਆ, ਖਾਸ ਬੰਦੇ ਨਹੀਂ ਗਏ। ਫਿਰ ਮਤਲਬ ਇਰਵਨ ਨੇ ਮਤਲਬ ਬ੍ਰਿਟਿਸ਼ ਸਰਕਾਰ ਤੋਂ ਨੇ ਉੱਥੋਂ ਪ੍ਰਧਾਨ ਮੰਤਰੀ ਨੇ ਇਰਵਨ ਨੂੰ ਕਿਹਾ ਵੀ ਇਹਨਾਂ ਨਾਲ ਗੱਲਬਾਤ ਕਰ। ਤਾਂ 5 ਮਾਰਚ 1931 ਨੂੰ ਗਾਂਧੀ ਤੇ ਇਰਵਨ ਦੀ ਗੱਲਬਾਤ ਹੋਈ। ਸੋ ਗਾਂਧੀ ਨੇ ਬਹੁਤ ਸਾਰੀਆਂ ਮੰਗਾਂ ਰੱਖੀਆਂ ਵੀ ਮੈਂ ਉੱਥੇ ਗੋਲਮੇਜ ਕਾਨਫਰੰਸ ਚਲਿਆ ਜਾਊਂ, ਮੇਰੀਆਂ ਆਹ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇਗੀਆਂ ਅਤੇ ਤਾਂ ਅਸੀਂ ਤੁਹਾਡੇ ਨਾਲ ਸਮਝੌਤਾ ਕਰ ਸਕਦੇ ਹਾਂ। ਸੋ ਇਸ ਸਮਝੌਤੇ ਦੇ ਤਹਿਤ ਗਾਂਧੀ ਨੂੰ ਉੱਥੇ ਭੇਜਿਆ ਗਿਆ। ਚਲੋ ਉਹ ਲੰਬੀ ਘਟਨਾਕ੍ਰਮ ਹੈ, ਆਪਾਂ ਅਗਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਵੀ ਕੀ ਹੋਇਆ। ਸੋ ਇਹ ਸਮਝੌਤਾ ਕਈ ਵਾਰ ਪੁੱਛ ਲਿਆ ਜਾਂਦਾ ਪ੍ਰਸ਼ਨ ਦੇ ਵਿੱਚ। ਅਗਲੀ ਡੇਟ ਦੇਖਦੇ ਹਾਂ ਆਪਾਂ। ਇਹ ਆ ਗਿਆ ਪ੍ਰਸ਼ਨ ਜੀ, 1931 ਦੇ ਵਿੱਚ ਗਾਂਧੀ ਇਰਵਨ ਸਮਝੌਤਾ ਹੋਇਆ। ਮਹਾਤਮਾ ਗਾਂਧੀ ਤੇ ਲਾਰਡ ਇਰਵਨ ਦੇ ਵਿੱਚ ਹੋਇਆ ਸੀ ਜੀ ਇਹ। 1932 ਪੂਨਾ ਐਕਟ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਪੁੱਛ ਲਿਆ ਜਾਂਦਾ ਵੀ ਪੂਨਾ ਐਕਟ ਕਿਹਦੇ ਨਾਲ ਸੰਬੰਧਿਤ ਸੀ, ਪੂਨਾ ਐਕਟ ਕਿਹਦੇ ਵਿਚਕਾਰ ਹੋਇਆ, ਇਹ ਕਦੋਂ ਹੋਇਆ। 1932 ਦੇ ਵਿੱਚ ਹੋਇਆ 26 ਸਤੰਬਰ 1932, ਪੂਰੀ ਡੇਟ 26 ਸਤੰਬਰ 1932। ਇਹ ਦਿਨ ਮਤਲਬ ਪੂਨਾ ਪੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਜੀ। ਪੂਨਾ ਪੈਕਟ ਕੀ ਸੀ, ਮਹਾਤਮਾ ਗਾਂਧੀ ਤੇ ਡਾਕਟਰ BR ਅੰਬੇਦਕਰ ਦੇ ਵਿਚਕਾਰ ਸਮਝੌਤਾ ਹੋਇਆ ਸੀ। ਕੀ ਸਮਝੌਤਾ ਹੋਇਆ ਸੀ ਜੀ, ਮਤਲਬ ਜਦੋਂ ਮਹਾਤਮਾ ਗਾਂਧੀ ਦਾ ਵੀ ਅੰਦੋਲਨ ਚੱਲ ਰਿਹਾ ਸੀ, ਮਹਾਤਮਾ ਗਾਂਧੀ ਨੂੰ ਜੇਲ੍ਹ ਦੇ ਵਿੱਚ ਉਦੋਂ ਗ੍ਰਿਫਤਾਰ ਕਰ ਰੱਖਿਆ ਸੀ। BR ਅੰਬੇਦਕਰ ਮਤਲਬ ਆਪਣੇ ਕਾਡਰ ਨੂੰ ਜਾਂ ਆਪਣੇ ਲੋਕਾਂ ਨੂੰ ਜਿਹੜੇ ਇਹਦੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਸੰਵਿਧਾਨਕ ਹੱਕ ਅਧਿਕਾਰ ਦਿਵਾਉਣਾ ਚਾਹੁੰਦੇ ਸਨ ਬਰਾਬਰ ਦੇ। ਸੋ ਗਾਂਧੀ ਤੇ ਅੰਬੇਦਕਰ ਦਾ ਸਮਝੌਤਾ ਹੋਇਆ ਵੀ ਮਤਲਬ ਫਿਰ ਗਾਂਧੀ ਨੇ ਇਹਨਾਂ ਨੂੰ ਰਿਜ਼ਰਵੇਸ਼ਨ 'ਤੇ ਮਨਾ ਲਿਆ ਸੀ ਵੀ ਤੁਹਾਨੂੰ ਰਿਜ਼ਰਵੇਸ਼ਨ ਦਿੱਤੀ ਜਾਊਗੀ। ਇਸ ਤਰੀਕੇ ਨਾਲ ਇਹ ਰਿਲੇਟ ਕਰਕੇ ਤੁਸੀਂ ਯਾਦ ਕਰ ਸਕਦੇ ਹੋ। 1939 ਦੀ ਗੱਲ ਕਰੀਏ ਜੀ, ਮੁਕਤੀ ਦਿਵਸ। ਮੁਕਤੀ ਦਿਵਸ ਕੀ ਸੀ ਤੇ ਕਿਹਨੇ ਮਨਾਇਆ। ਮੁਕਤੀ ਦਿਵਸ ਜੀ ਕਾਂਗਰਸ ਦੇ ਜਦੋਂ ਮੰਤਰੀ ਮੰਡਲ ਤੋਂ ਤਿਆਗ ਪੱਤਰ ਦਿੱਤਾ ਸੀ ਨਾ ਕਾਂਗਰਸ ਨੇ, ਕਿਉਂਕਿ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਪਿਆ 1939 ਦੇ ਵਿੱਚ, 1939 ਤੋਂ 45 ਤੱਕ, ਅਤੇ ਬ੍ਰਿਟਿਸ਼ ਸਰਕਾਰ ਨੇ ਅੰਗਰੇਜ਼ਾਂ ਨੇ ਇਹ ਐਲਾਨ ਕਰਤਾ ਵੀ ਭਾਰਤ ਹੈ ਜਿਹੜਾ ਉਹ ਸਾਡੇ ਨਾਲ ਹੈਗਾ ਦੂਜੇ ਵਿਸ਼ਵ ਯੁੱਧ ਦੇ ਵਿੱਚ। ਤਾਂ ਇਸ ਚੀਜ਼ ਦਾ ਵਿਰੋਧ ਜਤਾਉਣ ਦੇ ਵਾਸਤੇ ਕਾਂਗਰਸ ਨੇ ਸਾਰੇ ਅਹੁਦਿਆਂ ਤੋਂ, ਕਾਂਗਰਸ ਦੇ ਲੀਡਰਾਂ ਨੇ ਅਸਤੀਫੇ ਦੇ ਦਿੱਤੇ। ਤਾਂ ਇਹ ਅਸਤੀਫੇ ਦੇਣ ਦੀ ਖੁਸ਼ੀ ਦੇ ਵਿੱਚ ਮੁਸਲਿਮ ਲੀਗ ਨੇ ਮੁਕਤੀ ਦਿਵਸ ਮਨਾਇਆ। ਗੱਲ ਨੂੰ ਤੁਸੀਂ ਸਮਝ ਗਏ ਹੋਵੋਗੇ। 1939 ਤੋਂ 45 ਤੱਕ ਦੂਜਾ ਵਿਸ਼ਵ ਯੁੱਧ ਚੱਲਿਆ। ਦੂਜੇ ਵਿਸ਼ਵ ਯੁੱਧ ਦੇ ਵਿੱਚ ਬ੍ਰਿਟਿਸ਼ ਸਰਕਾਰ ਚਾਹੁੰਦੀ ਸੀ ਵੀ ਭਾਰਤ ਦੇ ਲੋਕ ਸਾਡਾ ਸਾਥ ਦੇਣ, ਭਾਰਤ ਸਾਡਾ ਸਾਥ ਦੇਵੇ। ਤਾਂ ਉਹਨਾਂ ਨੇ ਐਲਾਨ ਕਰਤਾ ਵੀ ਭਾਰਤ ਸਾਡੇ ਨਾਲ ਹੈ, ਅਤੇ ਲੋਕ ਕਹਿੰਦੇ ਵੀ ਅਸੀਂ ਨਾਲ ਹੈ ਨਹੀਂ, ਅਤੇ ਉਹਦੇ ਵਿਰੋਧ ਦੇ ਵਿੱਚੋਂ ਕਾਂਗਰਸ ਨੇ ਮਤਲਬ ਅਸਤੀਫੇ ਦਿੱਤੇ। ਤਾਂ ਅਸਤੀਫੇ ਦੇਣ ਦੀ ਖੁਸ਼ੀ ਦੇ ਵਿੱਚ ਮਤਲਬ ਅਸਤੀਫੇ ਦੇ ਤੇ ਜਦੋਂ, ਤਾਂ ਮੁਸਲਿਮ ਲੀਗ ਨੇ ਇਸ ਗੱਲ ਦੀ ਖੁਸ਼ੀ ਬਣਾਈ। ਸੋ ਉਹਨਾਂ ਨੇ ਇਹ ਮੁਕਤੀ ਦਿਵਸ ਮਨਾਇਆ। ਸੋ ਇਹ ਸੀ ਮੁਕਤੀ ਦਿਵਸ ਦੇ ਨਾਲ ਸੰਬੰਧਿਤ ਦੋਸਤੋ। 1940 ਦੀ ਘਟਨਾ ਦੇਖਦੇ ਹਾਂ ਜੀ। 1940 ਦੀ ਇੰਪੋਰਟੈਂਟ ਡੇਟ ਹੈ ਇਹ। ਪਾਕਿਸਤਾਨ ਦੀ ਮੰਗ ਕੀਤੀ ਸੀ ਮੁਸਲਿਮ ਲੀਗ ਨੇ, ਲਾਹੌਰ ਸੈਸ਼ਨ ਹੋਇਆ ਸੀ ਇਹਨਾਂ ਦਾ ਆਪਦਾ ਲਾਹੌਰ ਦੇ ਵਿੱਚ। ਪੁੱਛ ਲਿਆ ਜਾਂਦਾ ਵੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕਦੋਂ ਕੀਤੀ। ਸੋ 1940 ਦੇ ਵਿੱਚ ਕੀਤੀ ਜੀ ਇਹ। 23 ਮਾਰਚ 23 ਮਾਰਚ ਡੇਟ ਹੈ ਪੂਰੀ, 23 ਮਾਰਚ 1940 ਇਹ ਪੂਰੀ ਡੇਟ ਸੀਗੀ ਜਦੋਂ ਇਹਨਾਂ ਨੇ ਪਾਕਿਸਤਾਨ ਦੀ ਮੰਗ ਕੀਤੀ ਸੀ। ਜਿਨ੍ਹਾਂ ਨੇ ਇਹ ਜਿਹੜਾ ਪ੍ਰਸਤਾਵ ਰੱਖਿਆ ਸੀ, ਮੁਹੰਮਦ ਅਲੀ ਜਿਨਾਹ, ਇਹ ਵੀ ਪਾਕਿਸਤਾਨ ਦੀ ਮਤਲਬ ਉਹਨਾਂ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਸੀ, ਇੱਥੇ ਧਿਆਨ 'ਚ ਰੱਖਿਓ। ਉਸ ਸਮੇਂ ਲਾਹੌਰ ਦੇ ਵਿੱਚ 23 ਮਾਰਚ 1940 ਨੂੰ ਪਾਕਿਸਤਾਨ ਦਾ ਨਾਂ ਨਹੀਂ ਲਿਆ, ਉਹਨਾਂ ਨੇ ਅਲੱਗ ਸਟੇਟ ਦੀ ਮੰਗ ਕੀਤੀ। ਪਾਕਿਸਤਾਨ ਦੀ ਮੰਗ ਹੈ ਜਿਹੜੀ ਉਹ ਅੱਗੇ ਜਾ ਕੇ ਹੋਈ। 1940 ਅਗਸਤ ਪ੍ਰਸਤਾਵ, ਵੈਰੀ ਇੰਪੋਰਟੈਂਟ ਹੈ ਜੀ, ਪੁੱਛ ਲਿਆ ਜਾਂਦਾ ਵੀ ਅਗਸਤ ਪ੍ਰਸਤਾਵ ਹੈ ਦੀ ਡੇਟ ਕਿਹੜੀ ਆ। 1940 ਨੂੰ ਪ੍ਰਸਤਾਵ ਭੇਜਿਆ ਸੀਗਾ ਬ੍ਰਿਟਿਸ਼ ਸਰਕਾਰ ਨੇ। ਉਦੋਂ ਵਾਇਸਰਾਏ ਸੀਗਾ ਲਿਨ ਲਿਥਗੋ। ਸੋ ਇਹਨੇ ਗੱਲਬਾਤ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਅਤੇ ਹੋਰ ਭਾਰਤੀ ਲੀਡਰਾਂ ਦੇ ਨਾਲ। ਇਹਨਾਂ ਨੇ ਪ੍ਰਸਤਾਵ ਰੱਖਿਆ ਸੀ ਵੀ ਤੁਸੀਂ ਸਾਡਾ ਦੂਜੇ ਵਿਸ਼ਵ ਯੁੱਧ ਦੇ ਵਿੱਚ ਸਾਥ ਦਿਓ, ਅਸੀਂ ਤੁਹਾਡੀਆਂ ਮੰਗਾਂ ਮੰਨ ਲਵਾਂਗੇ। ਸੋ ਇਸ ਤਰੀਕੇ ਨਾਲ ਇਹ ਸੰਬੰਧਿਤ ਸੀਗਾ। ਅਗਲੀ ਗੱਲ ਦੇਖਦੇ ਹਾਂ 1942 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀਗਾ। 1942 ਦੇ ਵਿੱਚ ਇਹ ਸਟੈਫਰਡ ਕ੍ਰਿਪਸ ਸੀ, ਇੱਕ ਅੰਗਰੇਜ਼ ਅਧਿਕਾਰੀ, ਉਹਦਾ ਨਾਂ ਸੀ, ਉਸੇ ਦੇ ਨਾਂ 'ਤੇ ਇਹ ਗੱਲ ਕਹੀ ਗਈ ਸੀ ਕ੍ਰਿਪਸ ਮਿਸ਼ਨ। ਇਹ ਪਹਿਲੀ ਵਾਰ ਭਾਰਤੀਆਂ ਨੂੰ ਸੰਵਿਧਾਨ ਸਭਾ ਬਣਾਉਣ ਦਾ ਜਾਂ ਸੰਵਿਧਾਨ ਬਣਾਉਣ ਦਾ ਅਧਿਕਾਰ ਦੇ ਗਿਆ ਸੀਗਾ ਵੀ ਤੁਸੀਂ ਸਾਡਾ ਵਿਸ਼ਵ ਯੁੱਧ ਦੇ ਵਿੱਚ ਸਾਥ ਦਿਓ, ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਜਿਹੜੀਆਂ ਮੰਗਾਂ ਨੇ ਉਹ ਮੰਨ ਲਾਂਗੇ, ਤੁਹਾਡਾ ਜਿਹੜਾ ਆਪਦਾ ਸੰਵਿਧਾਨ ਹੈ ਉਹ ਬਣਾਉਣ ਦਾ ਤੁਹਾਨੂੰ ਅਧਿਕਾਰ ਦੇ ਦਿੱਤਾ ਜਾਊਗਾ। ਇਹ ਥੋੜ੍ਹੀ ਜਿਹੀ ਇਹਦੇ ਨਾਲ ਸੰਬੰਧਿਤ ਗੱਲ ਸੀ।
ਅਗਲੀ ਘਟਨਾ ਦੇਖਦੇ ਹਾਂ 1942 ਦੇ ਵਿੱਚ। ਹੋਰ ਬਹੁਤ ਵੈਰੀ ਨੋਟ ਇੰਪੋਰਟੈਂਟ ਘਟਨਾਵਾਂ ਨੇ 1942 ਦੇ ਵਿੱਚ। ਮੁੱਖ ਘਟਨਾ ਭਾਰਤ ਛੱਡੋ ਅੰਦੋਲਨ। ਸੋ ਛੱਡੋ ਪੜ੍ਹਨਾ ਇਹਨੂੰ, ਭਾਰਤ ਛੱਡੋ ਅੰਦੋਲਨ। ਇਹ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀ ਇਹ ਅੰਦੋਲਨ, ਮਹਾਤਮਾ ਗਾਂਧੀ ਨੇ। ਪਰ ਇਹਦਾ ਪ੍ਰਸਤਾਵ ਸੀ ਜਿਹੜਾ ਉਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤਾ ਸੀ। ਇਹ ਗੱਲ ਯਾਦ ਰੱਖਿਓ। ਜਿਹੜਾ ਮਤਲਬ ਭਾਰਤ ਛੱਡੋ ਅੰਦੋਲਨ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ, ਇਹਨੂੰ ਅਗਸਤ ਕ੍ਰਾਂਤੀ ਵੀ ਕਿਹਾ ਜਾਂਦਾ। ਇਹਦਾ ਉਦੇਸ਼ ਸੀਗਾ ਵੀ ਬ੍ਰਿਟਿਸ਼ ਸਾਮਰਾਜ ਦੀ ਜਿਹੜੀ ਸਮਾਪਤੀ ਹੋ ਜੇ। ਮਤਲਬ ਇਹ ਪੇਸ਼ ਕੀਤਾ ਨਹਿਰੂ ਨੇ। 9 ਅਗਸਤ 1942 ਤੋਂ ਸ਼ੁਰੂ ਹੋਇਆ ਸੀ। ਮੁੱਖ ਡੇਟ 9 ਅਗਸਤ 1942 ਤੋਂ ਇਹ ਸ਼ੁਰੂ ਹੋਇਆ ਜੀ। ਇਹਦੇ ਵਿੱਚ ਨਾ ਮਹਾਤਮਾ ਗਾਂਧੀ ਨੇ ਇਸ ਅੰਦੋਲਨ ਦੇ ਵਿੱਚ ਇੱਕ ਨਾਅਰਾ ਦਿੱਤਾ ਸੀ, ਵੈਰੀ ਇੰਪੋਰਟੈਂਟ ਹੈ, ਕਰੋ ਜਾਂ ਮਰੋ। ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਸੀ ਮਹਾਤਮਾ ਗਾਂਧੀ ਨੇ ਇਹਦੇ ਵਿੱਚ। ਅਗਲੀ ਘਟਨਾ ਦੇਖਦੇ ਹਾਂ 1945 ਦਾ ਸਿਮਲਾ ਸਮਝੌਤਾ। ਸੋ 1945 ਦੇ ਵਿੱਚ ਸਿਮਲਾ ਸਮਝੌਤਾ ਹੋਇਆ ਜੀ। ਸਿਮਲੇ ਵਿਖੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਮਤਲਬ ਇਹਦੇ ਵਿੱਚ ਸ਼ਾਮਲ ਹੋਏ। ਇਹਨੂੰ ਬੇਵਲ ਯੋਜਨਾ ਵੀ ਕਹਿੰਦੇ ਨੇ। ਉਦੋਂ ਵਾਇਸਰਾਏ ਬੇਵਲ ਸੀਗਾ। ਬੇਵਲ ਨੇ ਇਹ ਸਮਝੌਤਾ ਕੀਤਾ ਸੀਗਾ, ਸਾਰੀਆਂ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ ਸੀਗੀਆਂ। ਇਹਦੇ ਵਿੱਚ 21 ਭਾਰਤੀ ਜਿਹੜੇ ਲੋਕ ਸੀ, 21 ਭਾਰਤੀ ਨੇਤਾ ਕਹਿ ਸਕਦੇ ਹਾਂ, ਉਹਨਾਂ ਨੇ ਭਾਗ ਲਿਆ ਸੀ ਇਸ ਦੇ ਵਿੱਚ। ਸੋ ਅਗਲੀ ਘਟਨਾ ਦੇਖਦੇ ਹਾਂ 1946 ਦੇ ਵਿੱਚ। 1946 ਦੇ ਵਿੱਚ ਇੱਕ ਏਟਲੀ ਘੋਸ਼ਣਾ ਹੋਈ। ਸੋ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ 1946 ਦੇ ਵਿੱਚ ਇੱਕ ਮਤਲਬ ਸੀਗੀ ਘਟਨਾ ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ ਤੋਂ ਬਾਅਦ ਹੀ ਏਟਲੀ ਘੋਸ਼ਣਾ ਸੀ, ਇਹਨੂੰ ਅੱਗੇ ਪਿੱਛੇ ਲਿਖਿਆ ਗਿਆ। ਜੇ ਆਪਾਂ ਕੈਬਨਿਟ ਮਿਸ਼ਨ ਦੀ ਗੱਲ ਕਰੀਏ 1946 ਦੇ ਵਿੱਚ ਇਹ ਬਣਾਇਆ ਗਿਆ। ਕਲਾਈਮੇਟ ਐਟਲੀ ਨਾਂ ਦੇ ਜਿਹੜਾ ਪ੍ਰਧਾਨ ਸੀ ਇਹਦਾ, ਕਲਾਈਮੇਟ ਐਟਲੀ। ਸੋ ਫਰਵਰੀ 1946 ਦੇ ਵਿੱਚ ਇਹ ਬਣਾਇਆ ਗਿਆ ਸੀ ਜੀ, ਫਰਵਰੀ 1946 'ਚ। ਅਤੇ ਇਹ ਮਤਲਬ ਇੱਥੇ ਮਤਲਬ 23 ਮਾਰਚ 1946 ਨੂੰ ਭਾਰਤ ਪਹੁੰਚਿਆ ਸੀ ਇਹ ਮਿਸ਼ਨ ਸੀ ਜਿਹੜਾ, ਮਤਲਬ ਇਹ ਕਮੇਟੀ ਸੀ ਇੱਕ ਤਰ੍ਹਾਂ ਦੀ। 23 ਮਾਰਚ 1946 ਨੂੰ ਭਾਰਤ ਦੇ ਵਿੱਚ ਪਹੁੰਚੀ। ਇਹ ਫਰਵਰੀ 1946 ਦੇ ਵਿੱਚ ਇੰਗਲੈਂਡ ਦੇ ਵਿੱਚ ਉੱਥੇ ਬ੍ਰਿਟਿਸ਼ ਸਰਕਾਰ ਨੇ ਇਸ ਤਰ੍ਹਾਂ ਦੀ ਕਮੇਟੀ ਤਿਆਰ ਕਰ ਲਈ ਸੀਗੀ। ਕਿਉਂਕਿ ਉਦੋਂ ਨਾ ਜਿਵੇਂ 1946 ਦੇ ਵਿੱਚ 1945 ਤੋਂ ਦੂਜਾ ਵਿਸ਼ਵ ਯੁੱਧ ਖਤਮ ਹੋ ਕੇ ਹਟਿਆ ਸੀ। ਜਿਹੜਾ ਮਤਲਬ ਭਾਰਤੀ ਲੋਕ ਸੀਗੇ ਉਹ ਜਿਹੜੇ ਸਮਝੌਤੇ ਹੋਏ ਸੀ ਉਹ ਮਨਵਾਉਣ ਲਈ ਮਤਲਬ ਵਿਰੋਧ ਕਰ ਰਹੇ ਸੀ। ਸੋ ਵਿਰੋਧ ਨੂੰ ਦਬਾਉਣ ਦੇ ਲਈ ਇਹ ਇੱਕ ਮਿਸ਼ਨ ਜਿਹੜਾ ਆਇਆ ਸੀ। ਇਹਦੇ ਵਿੱਚ 3 ਮੈਂਬਰ ਸੀਗੇ ਕਮੇਟੀ ਦੇ ਵਿੱਚ, ਸਰ ਪੈਂਥਕ ਲਾਰੈਂਸ ਅਤੇ ਅਲੈਗਜ਼ੈਂਡਰ। ਸੋ ਇਹ ਮਤਲਬ ਇੱਕ ਕ੍ਰਿਪਸ ਨਾਂ ਦਾ ਹੀ ਸੀਗਾ ਇਹ। ਸੋ ਇਸ ਕਮੇਟੀ ਦੇ ਮੈਂਬਰ ਸੀਗੇ ਜੀ ਇਹ। ਆਪਾਂ ਅੱਗੇ ਪੜ੍ਹਦੇ ਹਾਂ। ਇਹਦੇ ਵਿੱਚ ਨਾ ਮਤਲਬ ਸੰਵਿਧਾਨ ਸਭਾ ਬਣਾਉਣ ਦਾ ਮਤਲਬ ਟੀਚਾ ਮੱਥ ਲਿਆ ਸੀਗਾ। 399 ਸੀਟਾਂ 'ਤੇ ਮਤਲਬ ਚੋਣ ਹੋਈ ਸੀ। ਜਿਹੜੀ ਆਪਾਂ ਅੱਗੇ ਪਿੱਛੇ ਛੱਡ ਗਏ ਆਂਗੇ ਏਟਲੀ ਘੋਸ਼ਣਾ ਸੀ ਜਿਹੜੀ, ਇਹ ਵੀ 1946 ਦੇ ਵਿੱਚ ਹੋਈ ਸੀ। ਮਤਲਬ ਐਟਲੀ ਹੈ ਜਿਹੜਾ ਅਸੀਂ ਕਲਾਈਮੇਟ ਐਟਲੀ ਸੀਗਾ, ਉਹਨੇ ਘੋਸ਼ਣਾ ਕਰਤੀ ਸੀ 20 ਫਰਵਰੀ 1947 ਨੂੰ। ਇੱਥੇ 30 ਜੂਨ 1948 ਲਿਖਿਆ ਨਾ, ਇੱਥੇ ਲਿਖਣਾ ਸੀ ਵੀ 30 ਜੂਨ 1947। 30 ਜੂਨ 1947 ਨੂੰ ਘੋਸ਼ਣਾ ਕਰਤੀ ਸੀ ਭਾਰਤ ਨੂੰ ਆਜ਼ਾਦ ਕਰ ਦਿਆਂਗੇ ਅਸੀਂ। ਇਹ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ। ਏਟਲੀ ਘੋਸ਼ਣਾ ਕਹਿੰਦੇ ਇਹਨੂੰ। ਸੋ ਅੰਤਰਿਮ ਸਰਕਾਰ ਬਣੀ ਸੀ 1946 ਦੇ ਵਿੱਚ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ। ਅੰਤਰਿਮ ਸਰਕਾਰ ਬਣਾ ਦਿੱਤੀ ਸੀ 1946 ਦੇ ਵਿੱਚ। ਅੱਗੇ ਪੜ੍ਹਦੇ ਹਾਂ ਜੀ ਆਪਾਂ 1947 ਦੀ ਮਾਊਂਟਬੈਟਨ ਯੋਜਨਾ, ਵੈਰੀ ਇੰਪੋਰਟੈਂਟ ਹੈ ਜੀ। ਮਾਊਂਟਬੈਟਨ ਜਿਹੜਾ ਉਸ ਸਮੇਂ ਦਾ ਗਵਰਨਰ ਜਨਰਲ ਸੀਗਾ। ਗੁਲਾਮ ਭਾਰਤ ਦਾ ਆਖਰੀ ਗਵਰਨਰ ਜਨਰਲ ਅਤੇ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਇਹ ਮਾਊਂਟਬੈਟਨ ਹੀ ਸੀਗਾ। ਭਾਰਤ ਵੰਡ ਜਿਹੜੀ ਭਾਰਤ ਪਾਕਿਸਤਾਨ ਵੰਡ ਦਾ ਜਿਹੜਾ ਪ੍ਰਸਤਾਵ ਸੀ ਇਹ ਲਾਰਡ ਮਾਊਂਟਬੈਟਨ ਨੇ ਪਾਸ ਕੀਤਾ ਸੀ। ਸੋ ਇਸੇ ਯੋਜਨਾ ਦੇ ਤਹਿਤ ਹੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ ਜੀ। ਇਹ ਜਿਹੜੀ ਯੋਜਨਾ ਸੀ 3 ਜੂਨ 1947 ਨੂੰ ਮਤਲਬ ਤਿਆਰ ਹੋਈ ਸੀ, 3 ਜੂਨ 1947 ਦੇ ਦਿਨ। ਸੋ 1947 ਨੂੰ ਭਾਰਤ ਆਜ਼ਾਦ ਹੋ ਗਿਆ। ਭਾਰਤ ਸੁਤੰਤਰਤਾ ਅਧਿਨਿਯਮ ਦੇ ਤਹਿਤ ਮਤਲਬ 1935 ਦਾ ਜਿਹੜਾ ਐਕਟ ਬਣਿਆ ਹੋਇਆ ਸੀਗਾ, ਗੌਰਮੈਂਟ ਇੰਡੀਆ ਐਕਟ, ਬਣਿਆ ਹੋਇਆ ਸੀ ਜਿਹੜਾ ਜੀ 1935 ਦਾ। ਇਸੇ ਦੇ ਤਹਿਤ ਮਤਲਬ ਦੇਸ਼ ਚੱਲਿਆ। 1947 'ਚ ਜਦੋਂ ਦੇਸ਼ ਆਜ਼ਾਦ ਹੋ ਗਿਆ, ਜਿਹੜਾ ਆਪਣਾ ਸੰਵਿਧਾਨ ਹੈ ਆਜ਼ਾਦ ਭਾਰਤ ਦਾ, ਉਹ ਤਾਂ ਜਾ ਕੇ ਲਾਗੂ ਹੁੰਦਾ 26 ਜਨਵਰੀ 1950 ਨੂੰ। ਪਰ 26 ਜਨਵਰੀ 1950 ਤੱਕ
15 ਅਗਸਤ 1947 ਤੋਂ ਲੈ ਕੇ ਜਿਹੜਾ ਇਹ ਸਮਾਂ ਸੀ ਵਿੱਚ ਵਿਚਾਲੇ, ਉਦੋਂ ਜਿਹੜਾ ਭਾਰਤ ਉਹ ਚੱਲਿਆ ਸੀ 1935 ਦੇ ਐਕਟ ਦੇ ਤਹਿਤ। ਇਹ 1935 ਦੇ ਐਕਟ ਦੇ ਵਿੱਚੋਂ ਹੀ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਫੰਕਸ਼ਨ ਨੇ ਉਹ ਵੱਧ ਲਏ ਗਏ ਨੇ। ਗਣਤੰਤਰਤਾ ਦਿਵਸ 1950 ਦੇ ਵਿੱਚ ਜੀ 26 ਜਨਵਰੀ 1950 ਨੂੰ ਮਤਲਬ ਆਪਣਾ ਸੰਵਿਧਾਨ ਲਾਗੂ ਹੋ ਗਿਆ, ਗਣਤੰਤਰ ਹੋ ਗਿਆ ਤੇ ਡਾਕਟਰ ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਬਣੇ। ਸੋ ਅੱਗੇ ਥੋੜ੍ਹੀਆਂ ਜਿਹੀਆਂ ਹੋਰ ਘਟਨਾਵਾਂ ਨੇ 1950 ਦੇ ਨਾਲ ਸੰਬੰਧਿਤ। 24 ਜਨਵਰੀ 1950 ਨੂੰ ਰਾਸ਼ਟਰੀ ਗਾਨ ਹੈ ਜਿਹੜਾ ਉਹ ਸ਼ਾਮਲ ਕਰ ਲਿਆ ਸੀਗਾ ਜੀ। ਰਾਸ਼ਟਰੀ ਗਾਨ ਨੂੰ ਮਤਲਬ ਸ਼ਾਮਲ ਕਰ ਲਿਆ ਆਪਣੇ ਸੰਵਿਧਾਨ ਦੇ ਵਿੱਚ 24 ਜਨਵਰੀ 1950। 26 ਜਨਵਰੀ ਨੂੰ ਦੇਖੋ ਸੰਵਿਧਾਨ ਲਾਗੂ ਹੋ ਗਿਆ। ਇਹਦੇ ਵਿੱਚ 395 ਅਨੁਛੇਦ ਸੀਗੇ ਉਸ ਸਮੇਂ, 12 ਅਨੁਸੂਚੀਆਂ ਸੀ ਤੇ 22 ਇਹਦੇ ਭਾਗ ਸੀਗੇ। ਸੋ ਇਹ ਧਿਆਨ ਰੱਖਣਾ ਜਦੋਂ ਸੰਵਿਧਾਨ ਲਾਗੂ ਹੋਇਆ ਮੁੱਢ ਦੇ ਵਿੱਚ। ਸੋ ਦੋਸਤੋ ਇਹ ਸੀ ਸਾਰੇ ਪ੍ਰਸ਼ਨ 1885 ਤੋਂ ਲੈ ਕੇ 1950 ਤੱਕ। ਕੋਸ਼ਿਸ਼ ਕੀਤੀ ਹੈ ਵੀ ਆਪਾਂ ਸਾਰੀਆਂ ਘਟਨਾਵਾਂ ਵੀ ਕੀ ਹੋਇਆ, ਕਿਹੜੇ ਅੰਦੋਲਨ ਹੋਏ, ਕਿਹੜੀਆਂ ਮਿਤੀਆਂ ਮਸ਼ਹੂਰ ਸੀਗੀਆਂ, ਸੋ ਆਪਾਂ ਕੋਸ਼ਿਸ਼ ਕਰੀਏ ਸਾਰਾ ਤੁਹਾਡੇ ਨਾਲ ਸ਼ੇਅਰ ਕਰਨ ਦੀ, ਤੁਹਾਡੇ ਨਾਲ ਇਹ ਸਾਂਝੇ ਕਰਨ ਦੀ। ਸੋ ਇਸ ਤਰ੍ਹਾਂ ਦੀ ਇਹ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਤੇ ਸੋ ਦੋਸਤੋ ਆਪਣੀ ਕੋਸ਼ਿਸ਼ ਰਹੂਗੀ ਅੱਗੇ ਵੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਮਤਲਬ ਪ੍ਰਸ਼ਨ ਅਤੇ ਥਿਓਰੀ ਟਾਈਪ ਸਾਂਝੀਆਂ ਜਿਹੀਆਂ ਲੈ ਕੇ ਤੁਹਾਡੇ ਲਈ ਅੱਗੇ ਆਈਏ। ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।